हाँ जी भी साथियों, सत श्री अकाल सारिਆਂ ਨੂੰ। ਤੇ ਅੱਜ ਦੀ ਜਿਹੜੀ ਆਪਣੀ ਕਲਾਸ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੇ ਅੱਜ ਦੀ ਕਲਾਸ ਤੁਹਾਨੂੰ ਪੂਰੇ YouTube ਤੇ ਐਦਾਂ ਦੀ ਕਲਾਸ ਨਹੀਂ ਮਿਲਣੀ। ਪਤਾ ਕਿਉਂ? ਜੋ ਚੀਜ਼ ਤੁਸੀਂ ਥੰਬਨੇਲ ਤੇ ਪੜ੍ਹ ਕੇ ਆਏ ਕਿ ਜਦੋਂ ਅਸੀਂ ਭਾਰਤ ਦੀਆਂ ਨਦੀਆਂ ਦੀ ਗੱਲ ਕਰਦੇ ਆ ਤਾਂ NCERT ਤੇ ਸਾਡੇ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਫਰਕ ਨਿਕਲ ਕੇ ਸਾਹਮਣੇ ਆਉਂਦਾ। ਉਹ ਚੀਜ਼ ਬਿਲਕੁਲ ਸੱਚ ਆ। ਪਰ ਇਹ ਚੀਜ਼ ਮੈਂ ਇੱਕ ਜ਼ਰੂਰ ਕਹੂੰਗੀ ਵੀ ਫਾਇਦਾ ਕਿਹਨਾਂ ਦਾ ਹੋਊਗਾ? ਜਿਹੜੇ ਐਂਡ ਤੱਕ ਬਣੇ ਰਹਿਣਗੇ। ਕਲਾਸ ਆਪਣੀ ਲੰਬੀ ਚੱਲਣੀ ਆ ਪਰ ਐਂਡ ਤੱਕ ਇੱਕ ਵੀ ਪੁਆਇੰਟ ਤੇ ਤੁਸੀਂ ਕਲਾਸ ਸਕਿਪ ਨਹੀਂ ਕਰਨੀ, ਨਾ ਹੀ ਅੱਗੇ ਪਿੱਛੇ ਕੱਢਿਓ। ਠੀਕ ਹੈ, ਐਂਡ ਤੱਕ ਕੰਟੀਨਿਊ ਤੁਸੀਂ ਬਣੇ ਰਹੋਗੇ। ਤੁਹਾਨੂੰ ਜਿਹੜਾ ਵਾ ਇੱਕ ਤੁਹਾਡਾ ਲੈਵਲ ਬਹੁਤ ਵਧੀਆ ਬਣੂਗਾ ਜੀਓਗ੍ਰਾਫੀ ਦਾ। ਤੇ ਮੈਂ ਅਕਸਰ ਹੀ ਕਹਿੰਦੀ ਹੁੰਦੀ ਆ ਕਿ ਐਨਾਲਿਸਿਸ ਕਰਕੇ ਪੜ੍ਹੋ, ਕਿਉਂਕਿ ਹੁਣ ਤੁਸੀਂ ਸਕੂਲਾਂ ਦੇ ਬੱਚੇ ਨਹੀਂ ਆ, ਤੁਸੀਂ ਟੀਚਰ ਬਣ ਜਾ ਰਹੇ ਹੋ। ਵੇਖੋ, ਜਦੋਂ ਅਸੀਂ NCERT ਦੀ ਗੱਲ ਕਰਦੇ ਹਾਂ, NCERT ਸਾਨੂੰ ਭਾਰਤ ਦੀਆਂ ਨਦੀਆਂ ਦਿੰਦੀ ਦੋ ਤਰ੍ਹਾਂ ਦੀਆਂ। ਇਹ ਕਹਿੰਦੀ ਆ ਵੀ ਇੱਕ ਤਾਂ ਸਾਡੇ ਕੋਲ ਹਿਮਾਲਿਅਨ ਰਿਵਰ ਆ ਤੇ ਦੂਜੀਆਂ ਸਾਡੀਆਂ ਹੈਗੀਆਂ ਪੈਨਿਨਸੂਲਰ ਰਿਵਰ, ਯਾਨੀ ਕਿ ਪ੍ਰਾਇਦੀਪੀ ਨਦੀਆਂ। ਠੀਕ ਹੈ, ਇਹ ਦੋ ਟਾਈਪ ਸਾਨੂੰ ਕੌਣ ਦਿੰਦੀ ਆ? NCERT ਦਿੰਦੀ ਆ ਭਾਰਤ ਦੀਆਂ ਨਦੀਆਂ ਦੀਆਂ ਦੋ ਟਾਈਪਸ। ਪਰ ਜਦੋਂ ਅਸੀਂ ਪੰਜਾਬ ਬੋਰਡ ਦੀ ਗੱਲ ਕਰਦੇ ਹਾਂ, ਜਦੋਂ ਅਸੀਂ SCERT ਦੀ ਗੱਲ ਕਰਦੇ ਹਾਂ ਤਾਂ SCERT ਸਾਨੂੰ ਚਾਰ ਤਰ੍ਹਾਂ ਦੀਆਂ ਨਦੀਆਂ ਦੀਆਂ ਕਿਸਮਾਂ ਦਿੰਦੀ ਆ। ਮੈਂ ਹੁਣ ਇੱਥੇ ਇੱਕ ਚੀਜ਼ ਧਿਆਨ ਦੇ ਨਾਲ ਸੁਣ ਲਿਓ। ਪਹਿਲਾਂ ਆਪਾਂ ਗੱਲ ਕਰ ਲੈਂਦੇ ਆ SCERT ਦੀਆਂ ਨਦੀਆਂ ਜਿਹੜੀਆਂ ਵਾ। ਪੰਜਾਬ ਬੋਰਡ ਚਾਰ ਤਰ੍ਹਾਂ ਦੀਆਂ ਕਿਸਮਾਂ ਦਿੰਦੀ ਆ। ਹਿਮਾਲਿਅਨ ਰਿਵਰ ਤਾਂ ਹੈਗੀਆਂ, ਪ੍ਰਾਇਦੀਪੀ ਨਦੀਆਂ ਤਾਂ ਹੈਗੀਆਂ। ਇਹ ਤਾਂ ਮੇਨ ਦੋ ਕਿਸਮਾਂ ਜਿਹੜੀਆਂ NCERT ਵੀ ਸਾਨੂੰ ਦਿੰਦੀ ਆ। ਪਰ SCERT ਜਿਹੜੀ ਆ ਸਾਨੂੰ ਤੀਜੀ ਕਿਸਮ ਦਿੰਦੀ ਆ, ਤੱਟ ਦੀਆਂ ਨਦੀਆਂ, ਤੇ ਚੌਥੀ ਅੰਦਰੂਨੀ ਨਦੀ ਤੰਤਰ, ਤੇ ਨਾਲ ਝੀਲਾਂ ਵਾਲਾ ਕੰਸੈਪਟ ਆਪਾਂ ਆਲਰੇਡੀ ਕਰ ਲਿਆ। ਇਹ ਅੰਦਰੂਨੀ ਨਦੀਆਂ ਕਿਹੜੀਆਂ ਹੁੰਦੀਆਂ ਤੇ ਤੱਟ ਦੀਆਂ ਨਦੀਆਂ ਕਿਹੜੀਆਂ ਹੁੰਦੀਆਂ? ਪਰ ਐਂਡ ਤੱਕ ਬਣੇ ਰਹੋਗੇ ਤੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ। ਹੁਣ ਤੁਸੀਂ ਸੋਚੋਗੇ ਵੀ ਫਿਰ ਹੁਣ ਦੀਦੀ ਕਿਹੜੀਆਂ ਪੜ੍ਹਾਉਣਗੇ, ਜਾਂ ਫਿਰ ਹੁਣ ਸਰਬ ਕਿਹੜੀਆਂ ਨਦੀਆਂ ਇਹਨਾਂ 'ਚ ਪੜ੍ਹਾਊਗੀ। ਆਪਣਾ ਕੰਮ ਕੀ ਆ? ਮੇਰੇ ਚੈਨਲ ਤੇ ਮੇਨ ਕੰਮ ਕੀ ਆ? ਐਨਾਲਿਸਿਸ ਕਰੋ, ਕ੍ਰਿਟੀਕਲ ਐਨਾਲਿਸਿਸ ਕਰ ਦੋ। ਉਹੀ ਆਪਾਂ ਕਰਨਾ। ਆਪਾਂ ਕੀ ਕਰਨਾ ਵਾ? ਆਪਾਂ ਸਾਰੀਆਂ ਹੀ ਪੜ੍ਹਨੀਆਂ ਵਾ। ਆਪਾਂ NCERT ਤੋਂ ਵੀ ਪੜ੍ਹਨੀਆਂ ਵਾ ਤੇ SCERT ਤੋਂ ਵੀ ਪੜ੍ਹਨੀਆਂ ਵਾ ਅੱਜ ਦੀ ਇੱਕ ਹੀ ਕਲਾਸ ਦੇ ਵਿੱਚ। ਸੋ ਐਂਡ ਤੱਕ ਬਣੇ ਰਹਿਣਾ। ਆਪਾਂ ਨਦੀਆਂ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨਦੀਆਂ ਦੇ ਕੁਝ ਪੁਆਇੰਟ ਪੜ੍ਹਨੇ ਆ ਵੀ ਜਲ ਵਿਭਾਜਕ ਕੀ ਹੁੰਦਾ, ਅਪ੍ਰਵਾਹ ਕੀ ਹੁੰਦਾ, ਡੰਡੀਦਾਰ ਪ੍ਰਵਾਹ ਕੀ ਹੁੰਦਾ। ਇਹੋ ਜਿਹੇ ਨਦੀਆਂ ਦੇ ਬਾਰੇ, ਨਦੀਆਂ ਦੇ ਛੋਟੇ ਛੋਟੇ ਇੱਕ ਸ਼ਬਦ ਆ ਜਿਹੜੇ ਸਾਨੂੰ ਪਤਾ ਹੋਣੇ ਚਾਹੀਦੇ ਆ। ਸੋ ਇਹ ਨਦੀਆਂ ਪੜ੍ਹਨ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜ਼ਰੂਰ ਪੜ੍ਹ ਲੈਂਦੇ ਆ। ਕਾਪੀ ਪੈਨ ਚੱਕ ਕੇ ਤੇ ਨਾਲ ਦੀ ਨਾਲ ਚੀਜ਼ਾਂ ਨੂੰ ਤੁਸੀਂ ਲਿਖੀ ਜਾਓ। ਇਹ ਸ਼ਬਦ ਹੈਗੇ ਆ। ਪਹਿਲਾ ਸ਼ਬਦ ਹੈਗਾ ਵਾ ਸਾਡੇ ਕੋਲ ਜਲ ਪ੍ਰਵਾਹ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ ਕਿ ਜਲ ਪ੍ਰਵਾਹ ਦਾ ਮਤਲਬ ਕੀ ਹੈ, ਜਲ ਪ੍ਰਵਾਹ ਕੀ ਆ? ਪਾਣੀ, ਦਰਿਆ, ਨਦੀਆਂ ਦਾ ਜਾਲ। ਸਾਡੇ ਭਾਰਤ ਦੇਸ਼ ਵਿੱਚ ਵੀ ਜਲ ਪ੍ਰਵਾਹ ਬਹੁਤ ਵੱਡਾ। ਕਿਉਂ? ਕਿਉਂਕਿ ਸਾਡੇ ਭਾਰਤ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਜਾਲ ਆ ਨਦੀਆਂ ਦਾ। ਇਸੇ ਚੀਜ਼ ਨੂੰ ਕੀ ਕਹਿੰਦੇ ਆਪਾਂ? ਜਲ ਪ੍ਰਵਾਹ ਕਹਿੰਦੇ। ਕਲੀਅਰ? ਅਗਲਾ ਸ਼ਬਦ ਹੈਗਾ ਵਾ ਜਲ ਵਿਭਾਜਕ। ਬਹੁਤ ਜ਼ਿਆਦਾ ਇੰਪੋਰਟੈਂਟ ਕਲਾਸ ਆ। ਸ਼ਾਇਦ ਮੇਰੀ ਜਿੰਨੀਆਂ ਵੀ ਜੀਓਗ੍ਰਾਫੀ ਦੀਆਂ ਕਲਾਸਾਂ ਵਾ, ਉਹਨਾਂ ਕਲਾਸਾਂ ਹੈਗੀਆਂ ਤਾਂ ਸਾਰੀਆਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਪਰ ਇਹ ਸੁਪਰ ਹਿੱਟ ਆ। ਠੀਕ ਆ। ਜਲ ਵਿਭਾਜਕ ਕੀ ਆ? ਕੋਈ ਉੱਚਾ ਖੇਤਰ, ਕੋਈ ਉੱਚਾ ਪਰਬਤ, ਕੋਈ ਉੱਚੀ ਭੂਮੀ ਜੋ ਜਲ ਪ੍ਰਵਾਹਾਂ ਨੂੰ ਵੰਡਦੀ ਆ। ਜਲ ਵਿਭਾਜਕ ਕੀ ਆ? ਮੰਨ ਲਓ ਆ ਕੋਈ ਪਹਾੜੀ ਆ ਜਾਂ ਕੋਈ ਉੱਚੀ ਭੂਮੀ ਆ, ਇੱਥੋਂ ਪਾਣੀ ਆ ਕੇ ਅੱਗੋਂ ਕਈ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਉਹਨੂੰ ਅਸੀਂ ਜਲ ਵਿਭਾਜਕ ਕਹਿੰਦੇ ਆ। ਤੇ ਜੇਕਰ ਪੁੱਛਿਆ ਜਾਵੇ ਵੀ ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਜਲ ਵਿਭਾਜਕ ਕੀ ਆ? ਪੂਰੇ ਸੰਸਾਰ ਤੇ ਪੂਰੀ ਧਰਤੀ ਤੇ ਸਭ ਤੋਂ ਵੱਡਾ ਜਲ ਵਿਭਾਜਕ ਕਿਹੜਾ ਵਾ? ਐਮਾਜ਼ੋਨ ਰਿਵਰ, ਜਿਹੜੀ ਕਿ ਮੈਂ ਤੁਹਾਨੂੰ ਕਰਵਾ ਚੁੱਕੀ ਆ ਮਹਾਦੀਪਾਂ ਵਾਲੇ ਕੰਸੈਪਟ ਦੇ ਵਿੱਚ। ਕਮੈਂਟ ਕਰਕੇ ਹੁਣੇ ਦੱਸੋ, ਕਲਾਸ ਪ੍ਰੀਮੀਅਰ ਚੱਲ ਰਹੀ ਆ ਨਾ, ਕਮੈਂਟ ਕਰਕੇ ਹੁਣੇ ਦੱਸੋ ਕਿ ਐਮਾਜ਼ੋਨ ਨਦੀ ਕਿਹੜੇ ਕੰਟੀਨੈਂਟ ਵਿੱਚ ਪੈਂਦੀ ਹੈ। ਇਹ ਵੱਡੀ ਨਦੀ ਆ ਕਿ ਲੰਮੀ ਨਦੀ? ਇਹ ਸਾਰਾ ਮੈਂ ਕਰਵਾ ਚੁੱਕੀ। ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ। ਠੀਕ ਆ। ਉਸ ਤੋਂ ਬਾਅਦ ਅਪ੍ਰਵਾਹ ਕੀ ਆ? ਅਪ੍ਰਵਾਹ ਇੱਕ ਸੀਗਾ ਜਲ ਪ੍ਰਵਾਹ, ਇੱਕ ਹੈਗਾ ਅਪ੍ਰਵਾਹ। ਦੋਨੋਂ ਆਪੋਜ਼ਿਟ ਕਰ ਦੋ। ਅਪ੍ਰਵਾਹ ਕੀ ਆ? ਅਪ੍ਰਵਾਹ ਜਿਹੜਾ ਵਾ ਨਦੀਆਂ ਦੇ ਜਾਂ ਸਹਾਇਕ ਖੇਤਰ ਜਾਂ ਸਹਾਇਕ ਨਦੀਆਂ ਦਾ ਜਲ ਪ੍ਰਾਪਤ ਕਰਨਾ। ਮਤਲਬ ਇਹ ਹੁਣ ਜਿੱਦਾਂ ਯਾਰ ਸਾਡੇ ਨਾ ਆਮ ਆਦਮੀ ਸਰਕਾਰ ਨੇ ਸੂਏ ਬਣਾਉਣੇ ਸ਼ੁਰੂ ਕਰਤੇ। ਸਾਡੇ ਮਾਝੇ ਤੇ ਸੂਏ ਆਂਦੇ ਆ
ਆ ਨਹਿਰਾਂ ਤੋਂ ਅੱਗੇ ਜਿਹੜੇ ਪਾਣੀ ਆਪਣੇ ਖੇਤਾਂ ਨੂੰ ਆਉਂਦਾ, ਸੂਏ ਆਉਂਦੇ ਆ ਨਾ ਹੁਣ ਉਹਨਾਂ ਨੂੰ ਜਦੋਂ ਨਦੀ ਤੋਂ ਕੋਈ ਲਾਗਲਾ ਖੇਤਰ ਪਾਣੀ ਪ੍ਰਾਪਤ ਕਰ ਰਿਹਾ ਜਾਂ ਇੱਕ ਵੱਡੀ ਨਦੀ ਤੋਂ ਕੋਈ ਸਹਾਇਕ ਨਦੀ ਪਾਣੀ ਪ੍ਰਾਪਤ ਕਰ ਰਹੀ ਆ, ਮਤਲਬ ਕਿਸੇ ਸਹਾਇਕ ਖੇਤਰ ਦਾ, ਨਦੀ ਦੇ ਸਹਾਇਕ ਖੇਤਰ ਦਾ ਉਥੋਂ ਪਾਣੀ ਪ੍ਰਾਪਤ ਕਰਨਾ, ਨਦੀ ਦੀਆਂ ਸਹਾਇਕ ਨਦੀਆਂ ਦਾ ਉਥੋਂ ਪਾਣੀ ਪ੍ਰਾਪਤ ਕਰਨਾ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਉਹਨੂੰ ਆਪਾਂ ਅਪ੍ਰਵਾਹ ਖੇਤਰ ਕਹਿੰਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਅੱਗੇ ਹੈਗਾ ਵਾ ਕਮੈਂਟ ਸੈਕਸ਼ਨ ਦੇ ਵਿੱਚ, ਲਾਈਵ ਚੈਟ ਦੇ ਵਿੱਚ ਰੁਕਿਆ ਨਾ ਕਰੋ, ਕੋਈ ਨਾ ਕੋਈ ਕਮੈਂਟ ਕਰਦੇ ਰਿਹਾ ਕਰੋ, ਠੀਕ ਆ। ਤੇ ਜਲ ਨਿਕਾਸ ਸਰੂਪ ਤੇ ਆਜੋ। ਜਲ ਨਿਕਾਸ ਸਰੂਪ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਧਰਤੀ ਦੇ ਜਲ ਦੇ ਵਹਿਣ ਦੀ ਆਕ੍ਰਿਤੀਆਂ ਤੁਸੀਂ ਦੇਖਿਆ ਹੋਊਗਾ ਜਦੋਂ ਨਾ ਜਲ ਵਹਿੰਦਾ ਵਾ ਹਨਾ। ਇਹਦੀ ਛੋਟੀ ਜਿਹੀ ਐਗਜ਼ਾਮਪਲ ਇੱਕ ਮਾਡਲ ਦੇ ਤੌਰ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਵਾਂ। ਆਪਾਂ ਪਾਣੀ ਨਹੀਂ ਲਾਉਂਦੇ ਖਾਲੀਆਂ ਦੇ ਵਿੱਚ, ਜਾਂ ਅਸੀਂ ਜ਼ਮੀਨ ਨੂੰ ਪਾਣੀ ਲਾਉਣੇ ਆ। ਇੱਕ ਤਾਂ ਹੁੰਦੀ ਸਾਡੀ ਫਸਲ ਹਨਾ, ਜਦੋਂ ਅਸੀਂ ਖਾਲੀ ਜ਼ਮੀਨ ਤੇ ਪੈਲੀ ਤੇ ਹਨਾ ਪਾਣੀ ਪੂਣੀ ਲਾਉਣੇ ਆ, ਉਹ ਸਾਡਾ ਪਾਣੀ ਐ ਕਰਕੇ ਵਹਿੰਦਾ, ਕੋਈ ਇੱਧਰ ਨੂੰ ਚਲ ਜਾਂਦਾ, ਕੋਈ ਇੱਧਰ ਨੂੰ ਚਲ ਜਾਂਦਾ। ਉਹ ਕੀ ਹੁੰਦੀ ਆ, ਜਲ ਨਿਕਾਸ ਸਰੂਪ। ਇਹ ਅੱਗੋਂ 4 ਤਰ੍ਹਾਂ ਦਾ ਉਹਦੇ ਤੇ ਆਪਾਂ ਜਾਣਦੇ ਆ, ਠੀਕ ਹੈ। ਜਿਹੜੀ ਸਾਡਾ ਜਲ ਨਿਕਾਸ ਸਰੂਪ ਆ ਉਹ ਅੱਗੋਂ 4 ਤਰ੍ਹਾਂ ਦਾ। ਪਹਿਲਾ ਹੈਗਾ ਵਾ ਡੰਡੀਦਾਰ ਅਪ੍ਰਵਾਹ। ਡੰਡੀਦਾਰ ਅਪ੍ਰਵਾਹ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਡੈਂਡਰਿਟਿਕ ਪੈਟਰਨ ਕਹਿੰਦੇ ਆ। ਇਹਦੇ ਵਿੱਚ ਕਿਹੜੀਆਂ ਨਦੀਆਂ ਦਾ ਸਰੂਪ ਆਉਂਦਾ, ਸਿਰਫ ਤੇ ਸਿਰਫ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦਾ ਸਰੂਪ, ਜਾਂ ਦੇਸੀ ਭਾਸ਼ਾ ਦੇ ਵਿੱਚ ਇਹ ਕਹਿ ਲਓ ਵੀ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਜਿਹੜੀਆਂ ਵਾ ਉਹ ਕੁਛ ਇਸ ਤਰੀਕੇ ਦੇ ਨਾਲ ਵਹਿੰਦੀਆਂ, ਟੇਡੀਆਂ ਮੇਡੀਆਂ, ਇੰਜ ਕਿਧਰੇ ਇੰਜ ਹਨਾ। ਬੁੱਕ ਤੇ ਦਿੱਤੀਆਂ ਫੋਟੋਆਂ ਮੈਂ ਤੁਹਾਨੂੰ PDF ਦੇ ਦੂੰਗੀ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਡੰਡੀਦਾਰ ਡੈਂਟਰਿਕ ਸਰੂਪ ਦੇ ਵਿੱਚ ਕਿਹੜੀਆਂ ਨਦੀਆਂ ਵਹਿੰਦੀਆਂ, ਆਂਸਰ ਸਿਰਫ ਤੇ ਸਿਰਫ ਗੰਗਾ ਤੇ ਬ੍ਰਹਮਪੁੱਤਰ ਸਰੂਪ ਆਊਗਾ। ਉਸ ਤੋਂ ਬਾਅਦ ਅਗਲਾ ਹੈਗਾ ਵਾ ਸਮਾਂਤਰ ਅਪ੍ਰਵਾਹ, ਜਿਹਨੂੰ ਅਸੀਂ ਪੈਰਾਲਲ ਕਹਿ ਦਿੰਦੇ ਆ। ਸਮਾਂਤਰ ਪੈਰਾਲਲ ਦੇ ਵਿੱਚ ਆਉਂਦੀਆਂ ਸਾਡੀਆਂ ਪੱਛਮੀ ਘਾਟ ਦੀਆਂ ਨਦੀਆਂ। ਇਹ ਸਮਾਂਤਰ ਜੀਆਂ ਵਹਿੰਦੀਆਂ, ਜਾਂ ਸਿੱਧਾ ਜਿਹਾ ਕਹੋ ਵੀ ਇਹ ਜ਼ਿਆਦਾ ਖਲਾਰਾ ਜਿਹਾ ਨਹੀਂ ਪਾਉਂਦੀਆਂ ਹਨਾ। ਇਹ ਜਿਹੜੀਆਂ ਨੇ ਸਮਾਂਤਰ ਜੇ ਵਹਿੰਦੀਆਂ ਵਾ ਆਹ ਵਾਲੀ ਸ਼ੇਪ ਦੇ ਨਾਲ ਇਹ ਵਹਿੰਦੀਆਂ ਨੇ, ਠੀਕ ਆ। ਇਹ ਕੋਈ ਜ਼ਿਆਦਾ ਖਲਾਰਾ ਨਹੀਂ ਪਾਉਂਦੀਆਂ, ਇਹਨਾਂ ਨੂੰ ਅਸੀਂ ਸਮਾਂਤਰ ਪੈਰਾਲਲ ਕਹਿ ਦਿੰਦੇ ਆ। ਇਹਦੇ ਵਿੱਚ ਪੱਛਮੀ ਘਾਟ ਦੀਆਂ ਨਦੀਆਂ ਆਉਂਦੀਆਂ। ਤੀਜੀ ਸਾਡੀ ਹੈਗੀ ਆ ਜਾਲੀਨੁਮਾ, ਜਿਹਨੂੰ ਅਸੀਂ ਟ੍ਰੈਲਲਿਸ ਕਹਿ ਦਿੰਦੇ ਆ। ਟ੍ਰੈਲਲਿਸ ਜਿਹੜੀਆਂ ਵਾ ਇਹ ਇਦਾਂ ਜੇ ਵਹਿੰਦੀਆਂ, ਜਾਲੀ ਜੂਲੀ ਜੀ ਬਣਾਈ ਜਾਂਦੀਆਂ ਵੇ, ਇਦਾਂ ਮੈਂ ਬਣਾਇਆ ਹੀ ਆ ਚੱਲ ਹਨਾ। ਇਹ ਇਦਾਂ ਜਾਲੀ ਜੂਲੀ ਜੀ ਬਣਾਉਂਦੀਆਂ, ਇਹਨਾਂ ਨੂੰ ਜਾਲੀਨੁਮਾ ਟ੍ਰੈਲਲਿਸ ਕਹਿੰਦੇ ਆ। ਉਸ ਤੋਂ ਬਾਅਦ ਚੌਥੀ ਆ ਜਾਂਦੀ ਹੈ ਚੱਕਰੀ ਮਤਲਬ ਅੰਗਰੇਜ਼ੀ ਦੇ ਵਿੱਚ ਰੈਡੀਅਲ, ਇਹਨੂੰ ਅਸੀਂ ਕਹਿ ਦਿੰਦੇ ਆ। ਇਹ ਇਦਾਂ ਜੇ ਬਣਾਉਂਦੀ ਆ ਇਸ ਤਰੀਕੇ ਦੇ ਨਾਲ। ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਚੱਕਰੀ ਮਤਲਬ ਚੱਕਰ ਜੇ ਬਣਾਉਂਦੀ ਜਾਂਦੀ ਆ। ਇਸ ਨੂੰ ਅਸੀਂ ਕੀ ਕਹਿ ਦਿੰਦੇ ਆ, ਰੈਡੀਅਲ ਅਪ੍ਰਵਾਹ ਕਹਿ ਦਿੰਦੇ ਆ। ਬਸ ਅੱਛਾ ਇੱਕ ਚੀਜ਼ ਹੋਰ ਭੁੱਲਣਾ ਨਹੀਂ ਕੁਝ ਵੀ, ਇੱਕ ਨਦੀ ਦਾ ਵਿਸਰਪ NCERT ਦਾ ਸ਼ਬਦ ਆ, ਨਦੀ ਦਾ ਵਿਸਰਪ। 7th ਕਲਾਸ ਦੀ ਜਿਓਗ੍ਰਾਫੀ ਦੇ ਵਿੱਚ ਇਹ ਸ਼ਬਦ ਮੈਂ ਕਰਵਾ ਚੁੱਕੀ ਹਾਂ। ਵਿਸਰਪ ਕੀ ਹੁੰਦਾ, ਨਦੀ ਦਾ ਵਿਸਰਪ। ਨਦੀ ਜਦੋਂ ਐ ਜੇ ਵਹਿੰਦੀ ਜਾਂਦੀ ਹੈ ਨਾ ਹਨਾ, ਇਹਨੂੰ ਅਸੀਂ ਕੀ ਕਹਿ ਦਿੰਦੇ ਆ, ਵਿਸਰਪ ਕਹਿ ਦਿੰਦੇ ਆ। ਇਸ ਸ਼ਬਦ ਨੂੰ ਧਿਆਨ ਦੇ ਵਿੱਚ ਰੱਖਿਓ। ਸੋ ਇਹ ਸਾਡੇ ਨਦੀਆਂ ਦੇ ਬਾਰੇ ਸੀਗੇ ਉਹ ਵਾਲੇ ਇੰਟਰਸਟਿੰਗ ਜਿਹੇ ਸ਼ਬਦ ਜਿਹੜੇ ਸਾਨੂੰ ਪਤਾ ਹੋਣੇ ਚਾਹੀਦੇ ਆ। ਹੁਣ ਆਪਾਂ ਜਾਣਦੇ ਆ ਉਹਨਾਂ ਕਿਸਮਾਂ ਤੇ ਜਿਨ੍ਹਾਂ ਨੂੰ ਆਪਾਂ ਐਨਾਲਿਸਿਸ ਕਰਕੇ ਪੜ੍ਹਨਾ। ਸੋ ਇਹਦੇ ਵਿੱਚ ਸਾਡੀਆਂ ਪਹਿਲੀਆਂ ਨਦੀਆਂ ਆਉਣਗੀਆਂ ਸਾਡੀਆਂ ਹਿਮਾਲਯਨ ਰਿਵਰ। ਜਾਣੇ ਫਿਰ ਆਪਾਂ ਹਿਮਾਲਯਨ ਰਿਵਰ ਤੇ ਲਾਈਵ ਚੈਟ ਦੇ ਵਿੱਚ ਐਕਟਿਵ ਫਾਸਟ, ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਆਪਣੀ ਕਾਪੀ ਤੇ ਬਣਾਉਣਾ ਵਾ। ਜਿਹੜੀਆਂ ਹਿਮਾਲਯਨ ਰਿਵਰ ਆ ਉਹ ਸਾਡੇ ਕੋਲ 3 ਆ, ਸਿੰਧ ਨਦੀ, ਗੰਗਾ ਨਦੀ ਤੇ ਬ੍ਰਹਮਪੁੱਤਰ ਨਦੀ, ਠੀਕ ਆ। ਇਹਨਾਂ ਦੇ ਮੈਂ ਬੇਸਨ ਵੀ ਕਰਵਾ ਚੁੱਕੀ ਹਾਂ। ਜਦੋਂ ਮੈਂ 7th ਕਲਾਸ ਦੀ ਤੁਹਾਨੂੰ NCERT ਕਰਵਾਈ ਸੀ, ਉਹਦੇ ਵਿੱਚ ਐਮਾਜ਼ੋਨ ਬੇਸਿਨ ਵਿੱਚ ਜੀਵਨ, ਗੰਗਾ ਬ੍ਰਹਮਪੁੱਤਰ ਵਿੱਚ ਜੀਵਨ ਮੈਂ ਕਰਵਾ ਚੁੱਕੀ ਹਾਂ। ਸਾਰੀਆਂ ਕਲਾਸਾਂ ਚੈੱਕ ਕਰਕੇ ਆਓ। ਹੁਣ ਇਹ ਆਪਾਂ ਨਦੀਆਂ ਕਰ ਰਹੇ ਹਾਂ। ਜਦੋਂ ਅਸੀਂ ਹਿਮਾਲਿਆ ਰਿਵਰ ਦੀ ਗੱਲ ਕਰਦੇ ਹਾਂ, ਸਿੰਧ ਨਦੀ, ਗੰਗਾ ਨਦੀ ਤੇ ਬ੍ਰਹਮਪੁੱਤਰ ਨਦੀਆਂ 3 ਨਦੀਆਂ ਇਹਦੇ ਵਿੱਚ ਮੇਨ ਆ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨਦੀਆਂ। ਜਦੋਂ ਅਸੀਂ ਪੈਨਨਸੂਲਾ ਰਿਵਰ, ਪੈਨਨਸੂਲਾ ਮਤਲਬ ਪ੍ਰਾਇਦੀਪੀ ਨਦੀਆਂ ਦੀ ਗੱਲ ਕਰਦੇ ਆ, ਇਹ ਅੱਗੋਂ 2 ਭਾਗਾਂ ਦੇ ਵਿੱਚ ਵੰਡੀਆਂ ਜਾਂਦੀਆਂ। ਜਿਹੜੀਆਂ ਸਾਡੀਆਂ ਪ੍ਰਾਇਦੀਪੀ ਨਦੀਆਂ ਵਾ ਇਹ ਸਾਡੀਆਂ ਪੈਨਨਸੂਲਾ ਰਿਵਰ ਆ, ਠੀਕ ਆ। ਇਹ ਸਾਡੀਆਂ ਪੂਰਬੀ ਤੇ ਪੱਛਮੀ 2 ਭਾਗਾਂ ਵਿੱਚ ਵੰਡੀਆਂ ਜਾਂਦੀਆਂ। ਜਦੋਂ ਅਸੀਂ ਪੂਰਬੀ ਨਦੀਆਂ ਦੀ ਗੱਲ ਕਰਦੇ ਆ, ਜਿਹੜੀਆਂ ਪੂਰਬ ਵੱਲ ਵਹਿੰਦੀਆਂ, ਪੂਰਬ ਦਾ ਮਤਲਬ ਜਿਹੜੀਆਂ ਪੂਰਬ ਵੱਲ ਵਹਿੰਦੀਆਂ, ਪੱਛਮ ਮਤਲਬ ਜਿਹੜੀਆਂ ਪੱਛਮ ਵੱਲ ਨਦੀਆਂ ਵਹਿੰਦੀਆਂ, ਠੀਕ ਆ। ਮਹਾਨਦੀ, ਗੋਦਾਵਰੀ, ਕ੍ਰਿਸ਼ਨਾ,
ਕਾਵੇਰੀ, ਇਹ 4 ਨਦੀਆਂ ਜਿਹੜੀਆਂ ਵਾ ਪ੍ਰਾਇਦੀਪੀ ਨਦੀਆਂ, ਮਤਲਬ ਪੂਰਬ ਵੱਲ ਵਹਿਣ ਵਾਲੀਆਂ, ਪੂਰਬ ਵੱਲ ਵਹਿਣ ਵਾਲੀਆਂ ਨਦੀਆਂ, ਪ੍ਰਾਇਦੀਪੀ ਪੂਰਬ ਵੱਲ ਵਹਿਣ ਵਾਲੀਆਂ ਨਦੀਆਂ। ਜਦੋਂ ਅਸੀਂ ਸਾਬਰਮਤੀ, ਨਰਮਦਾ, ਤਾਪਤੀ, ਮਾਹੀ ਤੇ ਲੂਣੀ ਦੀ ਗੱਲ ਕਰਦੇ ਆ, ਇਹ ਉਹ ਨਦੀਆਂ ਨੇ ਜਿਹੜੀਆਂ ਪ੍ਰਾਇਦੀਪੀ ਪੱਛਮ ਵੱਲ ਵਹਿਣ ਵਾਲੀਆਂ ਨਦੀਆਂ ਨੇ। ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ, ਦਿਸ਼ਾਵਾਂ ਨੇ ਤੁਹਾਨੂੰ ਪਤਾ ਨਾ, ਆ ਸਾਡੀ ਉੱਤਰ ਦਿਸ਼ਾ, ਆ ਸਾਡੀ ਦੱਖਣ ਦਿਸ਼ਾ, ਆ ਸਾਡਾ ਪੱਛਮ ਤੇ ਆ ਸਾਡਾ ਪੂਰਬ। ਤੁਸੀਂ ਮੈਨੂੰ ਜਲਦੀ ਕਮੈਂਟ ਕਰਕੇ ਦੱਸੋ ਜਲਦੀ ਕਿ ਜਿਹੜੀਆਂ ਪੂਰਬ ਵਾਲੀਆਂ ਨਦੀਆਂ ਵਾ ਉਹ ਕਿਹੜੀ ਖਾੜੀ ਵਿੱਚ ਡਿੱਗਣਗੀਆਂ ਤੇ ਜਿਹੜੀਆਂ ਪੱਛਮ ਵਾਲੀਆਂ ਵਾ ਇਹ ਕਿਹੜੀ ਖਾੜੀ ਵਿੱਚ ਡਿੱਗਣਗੀਆਂ, ਕਿਉਂਕਿ ਇੱਧਰ ਵੀ ਸਾਡੇ ਖਾੜੀ ਆ, ਇੱਧਰ ਵੀ ਤੁਹਾਡੇ ਖਾੜੀ ਆ। ਤੇ ਚਲੋ ਮੈਪ ਤੇ ਖਾੜੀਆਂ ਤਾਂ ਪਤਾ ਹੋਣੀਆਂ ਚਾਹੀਦੀਆਂ ਨਾ, ਕਿਹੜੀ ਇੱਧਰ ਆ ਕਿਹੜੀ ਇੱਧਰ ਆ। ਜਲਦੀ ਕਮੈਂਟ ਕਰਕੇ ਦੱਸੋ ਪੱਛਮ ਵੱਲ ਵਹਿਣ ਵਾਲੀਆਂ ਨਦੀਆਂ ਕਿਹੜੀ ਖਾੜੀ ਦੇ ਵਿੱਚ ਡਿੱਗਣਗੀਆਂ ਤੇ ਪੂਰਬ ਵੱਲ ਵਹਿਣ ਵਾਲੀਆਂ ਨਦੀਆਂ ਕਿਹੜੀ ਖਾੜੀ ਦੇ ਵਿੱਚ ਡਿੱਗਣਗੀਆਂ। ਠੀਕ ਆ, ਹੁਣ ਆਪਾਂ ਕਿਹੜੀ ਨਦੀ ਪੜ੍ਹਨੀ ਆ? ਆਪਾਂ ਪਹਿਲੀ ਨਦੀ ਪੜ੍ਹਨੀ ਆ ਸਿੰਧ ਨਦੀ, ਤੇ ਜਾਣੇ ਆਪਾਂ ਸਿੰਧ ਨਦੀ ਤੇ। ਵੇਖੋ ਇੱਕ ਚੀਜ਼ ਤੁਹਾਨੂੰ ਹੋਰ ਪਤਾ ਹੋਣੀ ਚਾਹੀਦੀ ਆ, ਜਦੋਂ ਅਸੀਂ ਹਿਮਾਲਯਨ ਰਿਵਰਸ ਦੀ ਗੱਲ ਕਰਦੇ ਆ ਜਾਂ ਪ੍ਰਾਇਦੀਪੀ ਨਦੀਆਂ ਦੀ ਗੱਲ ਕਰਦੇ ਆ, ਉਹਨਾਂ ਵਿੱਚੋਂ ਹਿਮਾਲਯਨ ਰਿਵਰ ਜਿਹੜੀਆਂ ਸਾਡੀਆਂ ਗੰਗਾ, ਬ੍ਰਹਮਪੁੱਤਰ ਤੇ ਇਹਨਾਂ ਦੀਆਂ ਅੱਗੋਂ ਸਹਾਇਕ ਨਦੀਆਂ, ਇਹ ਏਦਾਂ ਦੀਆਂ ਨਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਰਾ ਸਾਲ ਹੀ ਜਿਹੜਾ ਵਾ ਪਾਣੀ ਭਰਿਆ ਰਹਿੰਦਾ। ਇਹ ਆਪਣਾ ਪਾਣੀ ਕਿੱਥੋਂ ਪ੍ਰਾਪਤ ਕਰਦੀਆਂ ਨੇ? ਜਦੋਂ ਗਲੇਸ਼ੀਅਰ ਪਿਘਲਦੇ ਆ, ਗਲੇਸ਼ੀਅਰ ਪਿਘਲ ਕੇ ਉਹਨਾਂ ਦਾ ਪਾਣੀ ਜਿਹੜਾ ਵਾ, ਹਿਮ ਨਦੀਆਂ ਦਾ ਪਾਣੀ ਇਹਨਾਂ ਦੇ ਵਿੱਚ ਮਿਲ ਜਾਂਦਾ, ਸਾਰਾ ਸਾਲ ਹੀ ਇਹਨਾਂ ਦੇ ਵਿੱਚ ਪਾਣੀ ਰਹਿੰਦਾ। ਠੀਕ ਆ, ਇਹਨਾਂ ਨੂੰ 12 ਨਦੀਆਂ ਵੀ ਕਹਿ ਦਿੰਦੇ ਆ। ਲਿਖ ਲਓ ਮਾੜਾ ਜਿਹਾ, ਜਿਹੜੀਆਂ ਸਾਡੀਆਂ ਹਿਮਾਲਿਆ ਨਦੀਆਂ ਵਾ ਨਾ, ਹਿਮਾਲਿਆ ਨਦੀਆਂ ਜਿਹੜੀਆਂ ਸਾਡੀਆਂ ਹਨਾ, ਇਹਨਾਂ ਦੇ ਵਿੱਚ ਕੀ ਆ? ਸਾਰਾ ਸਾਲ ਪਾਣੀ, ਸਾਰਾ ਸਾਲ ਪਾਣੀ। ਤੇ ਇਹੀ ਕਾਰਨ ਆ ਕਿ ਇਹਨਾਂ ਨੂੰ ਅਸੀਂ 12 ਨਦੀਆਂ ਵੀ ਕਹਿ ਦਿੰਦੇ ਆ। ਵੀ ਉੱਥੇ ਕਿਤੇ ਲਿਖਿਆ ਆ ਜੇ 12 ਨਦੀਆਂ, ਤੇ ਤੁਸੀਂ ਫੇਰ ਸੋਚੋ ਵੀ 4-5 ਕਿਸਮਾਂ ਤੇ ਸਰਬ ਨੇ ਕਰਾਈਆਂ ਸੀ ਤੇ 12 ਨਦੀਆਂ ਦੀ ਕਿਸਮ ਨਹੀਂ ਕਰਾਈ। ਕਿਤੇ ਐਵੇਂ ਦਿਮਾਗ ਨਾ ਖਰਾਬ ਕਰ ਲਿਓ, ਸਾਰਾ ਸਾਲ ਪਾਣੀ ਇਹਨਾਂ ਦੇ ਵਿੱਚ ਰਹਿੰਦਾ। ਇਹੀ ਕਾਰਨ ਆ ਵੀ ਇਹਨਾਂ ਨੂੰ 12 ਜਿਹੜੀਆਂ ਵਾ ਨਦੀਆਂ ਆਪਾਂ ਕਹਿੰਦੇ ਆ। ਜਿਹੜੀਆਂ ਸਾਡੀਆਂ ਪ੍ਰਾਇਦੀਪੀ ਨਦੀਆਂ ਵਾ ਉਹ ਸਾਡੀਆਂ ਮੌਸਮੀ ਨਦੀਆਂ ਵਾ। ਹੁਣ ਮੌਸਮੀ ਨਦੀਆਂ ਕਿਉਂ ਆ? ਕਿਉਂਕਿ ਮੌਨਸੂਨ ਜਦੋਂ ਆਉਂਦੀ ਆ ਉਦੋਂ ਉਹਨਾਂ ਦੇ ਵਿੱਚ ਪਾਣੀ ਭਰਦਾ, ਹੜ੍ਹ ਵੀ ਆਉਂਦੇ, ਕਈ ਕੁਛ ਹੁੰਦਾ, ਇਸ ਕਰਕੇ ਪ੍ਰਾਇਦੀਪੀ ਨਦੀਆਂ ਜਿਹੜੀਆਂ ਸਾਡੀਆਂ ਉਹ ਮੌਸਮੀ ਰਿਵਰ ਆ। ਠੀਕ ਹੈ, ਪੁਆਇੰਟ ਕਲੀਅਰ। ਸੋ ਆਪਣੀਆਂ ਹਿਮਾਲਯਨ ਰਿਵਰ ਦੇ ਵਿੱਚ ਪਹਿਲੀ ਨਦੀ ਕਿਹੜੀ ਸੀ? ਸਿੰਧ ਨਦੀ। ਤੇ ਕਾਪੀ ਪੈਨ ਹੱਥ 'ਚ ਰੱਖੋ। ਇੱਕ ਚੀਜ਼ ਮੈਂ ਤੁਹਾਨੂੰ ਕਹਾਂ, ਕਲਾਸ ਦੇ ਵਿੱਚ ਨਾਲੋਂ ਨਾਲ ਲਿਖਣ ਨਾਲਾ ਚੰਗਾ ਵਾ। ਪਤਾ ਕਿਉਂ? ਇੱਥੇ ਤੁਹਾਡਾ ਇਕੱਠਾ ਹੀ ਨਿਚੋੜ ਕੱਢ ਕੇ ਲਿਖੀ ਜਾਓਗੇ, ਪਰ ਜਦੋਂ ਮੈਂ PDF ਭੇਜਣੀਆਂ ਵਾ, ਮੈਂ ਪੰਜਾਬ ਬੋਰਡ ਦੀ ਬੁੱਕ ਦੀ PDF ਵੱਖਰੀ ਭੇਜੂਗੀ, NCERT ਦੀ PDF ਵੱਖਰੀ ਭੇਜੂਗੀ, ਹਨਾ। ਉੱਥੇ ਫਿਰ ਤੁਹਾਨੂੰ ਇਕੱਠਾ ਕਰਕੇ ਲਿਖਣਾ, ਤੁਹਾਡਾ ਦੋਹਰਾ ਕੰਮ ਬਣ ਜਾਣਾ। ਨਾਲ ਦੀ ਨਾਲ ਲਿਖ ਲਓਗੇ ਕਲਾਸ ਦੇ ਵਿੱਚੋਂ, ਕਿਉਂਕਿ ਇੱਥੇ ਮੈਂ ਇਕੱਠਾ ਕਰਾ ਰਹੀ ਜਿਹੜਾ ਪੁਆਇੰਟ NCERT 'ਚ ਆਇਆ, ਜਿਹੜਾ SCERT 'ਚ ਆਇਆ। ਠੀਕ ਹੈ, ਸਿੰਧ ਨਦੀ ਸਮੁੰਦਰੀ ਤਲ ਤੋਂ 5182 ਮੀਟਰ ਦੀ ਉਚਾਈ ਤੇ ਬੋਖਰਸ਼ੂ ਗਲੇਸ਼ੀਅਰ ਤਿੱਬਤ ਤੋਂ ਨਿਕਲਦੀ ਆ। ਇਹ ਤੇ ਨਿਕਲਦੀਆਂ ਬੜੀਆਂ ਥਾਵਾਂ ਤੋਂ, ਕੀ ਕਰੀਏ, ਪਰ ਮੈਂ ਨਾਲ ਦੀ ਨਾਲ ਜਿਹੜਾ ਵਾ ਤੁਹਾਨੂੰ ਦੱਸਦੀ ਜਾਊਂਗੀ ਕਿਹੜੀ ਨਦੀ ਇੰਪੋਰਟੈਂਟ ਆ, ਯਾਦ ਤਾਂ ਕਰਨਾ ਪੈਣਾ। ਸਿੰਧ ਨਦੀ ਸਮੁੰਦਰੀ ਤਲ ਤੋਂ 5182 ਮੀਟਰ ਦੀ ਉਚਾਈ। ਠੀਕ ਆ, ਠੀਕ ਆ, ਇੱਕ ਮਿੰਟ, ਮੱਖੀਆਂ ਬਹੁਤ ਨੇ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਸਿੰਧ ਨਦੀ ਸਮੁੰਦਰੀ ਤਲ ਤੋਂ 5182 ਮੀਟਰ ਦੀ ਉਚਾਈ ਤੋਂ ਬੋਖਰਸ਼ੂ ਗਲੇਸ਼ੀਅਰ ਆ। ਠੀਕ ਆ, ਤਿੱਬਤ ਦੇ ਲਾਗੋਂ ਜਿੱਥੋਂ ਨਿਕਲਦੀ ਆ ਮਾਨ ਸਰੋਵਰ ਝੀਲ। ਠੀਕ ਆ, ਮਾਨ ਸਰੋਵਰ ਝੀਲ ਦੇ ਨੇੜਿਓਂ ਇਹ ਨਿਕਲਦੀ ਆ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਤਿੱਬਤ ਵਿੱਚ ਸਿੰਧ ਨਦੀ ਨੂੰ ਸਿੰਗੀ ਖੰਭਣ ਕਹਿੰਦੇ ਆ। ਮਤਲਬ ਤਿੱਬਤ ਦੇ ਵਿੱਚ ਸਿੰਧ ਨਦੀ ਨੂੰ ਕਿਹੜੇ ਨਾਮ ਨਾਲ ਜਾਣਦੇ ਆ? ਸਿੰਗੀ ਖੰਭਣ ਦੇ ਨਾਮ ਨਾਲ ਜਾਣਦੇ ਆ। ਸਿੰਗੀ ਖੰਭਣ ਦਾ ਮਤਲਬ ਕੀ ਆ? ਸ਼ੇਰ ਦਾ ਮੁੱਖ। ਠੀਕ ਹੈ, ਸਿੰਗੀ ਖੰਭਣ ਦਾ ਮਤਲਬ ਕੀ ਆ? ਸ਼ੇਰ ਦਾ ਮੁੱਖ। ਭਾਰਤ ਵਿੱਚ ਪ੍ਰਵੇਸ਼ ਕਰਨ ਤੋਂ ਉਪਰੰਤ ਇਹ ਲੱਦਾਖ, ਜਾਸਕਰ, ਬਾਲਿਸਤਾਨ ਨੂੰ ਪਾਰ ਕਰਦੀ ਅਟਕ ਨੇੜੇ ਪਾਕਿਸਤਾਨ ਦੇ ਮਿਠਾਨਕੋਟ, ਕਰਾਚੀ ਪੂਰਬ ਤੋਂ ਅਰਬ ਸਾਗਰ ਵਿੱਚ ਡਿੱਗ ਜਾਂਦੀ ਆ। ਹੁਣ ਦਿਮਾਗ ਘੁੰਮ ਗਿਆ ਨਾ, ਆਪਾਂ ਘੁੰਮਣ ਨਹੀਂ ਦੇਣਾ। ਵੇਖੋ, ਜਦੋਂ ਅਸੀਂ ਸਿੰਧ ਨਦੀ ਦੀ ਗੱਲ ਕਰਦੇ ਆ,
ਹੁਣ ਆਪਾਂ ਜਦੋਂ ਗੱਲ ਕਰਦੇ ਆ ਨਾ, ਸਾਡਾ ਜਿਹੜਾ ਅੱਧਾ ਪੰਜਾਬ ਉਧਰ ਚਲ ਗਿਆ। ਸਾਡਾ ਭਾਰਤ ਜਦੋਂ ਵੰਡ ਹੋਈ ਆ ਤੇ ਸਿੰਧ ਨਦੀ ਸਾਰੀ ਭਾਰਤ ਵਿੱਚ ਨਹੀਂ ਵਹਿੰਦੀ, ਠੀਕ ਆ, ਇਹ ਭਾਰਤ ਦੇ ਵਿੱਚ ਬਹੁਤ ਥੋੜੀ ਜਿਹੀ ਵਹਿੰਦੀ ਆ, ਠੀਕ ਆ। ਕੁੱਲ ਲੰਬਾਈ ਇਹਦੀ 2880 ਕਿਲੋਮੀਟਰ ਆ ਤੇ ਭਾਰਤ ਦੇ ਵਿੱਚ ਇਹ 709 ਕਿਲੋਮੀਟਰ ਵਹਿੰਦੀ ਆ, ਠੀਕ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਪਰ ਇੱਕ ਚੀਜ਼ ਹੋਰ ਹੈ ਇੱਥੇ, ਜਦੋਂ ਸਾਨੂੰ ਪੁੱਛਿਆ ਜਾਂਦਾ ਨਾ ਕਿ ਸਿੰਧ ਨਦੀ ਦੀ ਲੰਬਾਈ 2880 ਕਿਲੋਮੀਟਰ ਆ ਤੇ ਇਹਦੇ ਵਿੱਚੋਂ ਭਾਰਤ ਵਿੱਚ ਕਿੰਨੇ ਕਿਲੋਮੀਟਰ ਵਹਿੰਦੀ ਆ, ਠੀਕ ਆ। ਜਿਹੜੀਆਂ ਸਾਡੀਆਂ UPSC ਲੈਵਲ ਦੀਆਂ ਬੁੱਕ ਆ ਨਾ, UPSC ਲੈਵਲ ਦੀਆਂ ਜੀਓਗ੍ਰਾਫੀ ਦੀਆਂ ਬੁੱਕਸ ਆ, ਉੱਥੇ ਇਹਨਾਂ ਨੇ ਇੰਨੇ ਕਿਲੋਮੀਟਰ ਦੱਸਿਆ ਵੀ ਇਹ ਇੰਨੇ ਕਿਲੋਮੀਟਰ ਵਹਿੰਦੀ ਆ, ਠੀਕ ਆ। ਪਰ ਆਹ ਚੀਜ਼ ਸੇਮ ਹੀ ਆ, ਭਾਰਤ ਵਿੱਚ ਵੀ 709 ਕਿਲੋਮੀਟਰ ਆ ਤੇ NCERT ਤੇ ਵੀ ਇੰਨੀ ਆ, ਠੀਕ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ। ਪਰ UPSC ਲੈਵਲ ਵਾਲਾ ਡਾਟਾ ਯਾਦ ਨਾ ਰੱਖਿਓ, ਇਹ ਸਾਨੂੰ ਆਉਂਦਾ ਵੀ ਨਹੀਂ ਆ, ਇਹ ਸਾਨੂੰ ਆਉਂਦਾ ਵੀ ਨਹੀਂ ਆ PSTET ਦੇ ਪੇਪਰ ਦੇ ਵਿੱਚ। ਸੋ ਅਸੀਂ ਕਿਹੜਾ ਡਾਟਾ ਯਾਦ ਰੱਖਣਾ, ਜਿਹੜਾ NCERT ਤੇ SCERT ਦੀਆਂ ਕਿਤਾਬਾਂ ਦੇ ਵਿੱਚ ਆ। ਸੋ ਇਹਦੀ ਲੰਬਾਈ ਕੁੱਲ ਲੰਬਾਈ ਪੁੱਛੀ ਜਾਊਗੀ ਜਾਂ ਭਾਰਤ ਵਿੱਚ ਕਿੰਨੀ ਵਹਿੰਦੀ, ਇਹ ਇੰਪੋਰਟੈਂਟ। 709 ਕਿਲੋਮੀਟਰ, ਕੁੱਲ ਲੰਬਾਈ 2880 ਕਿਲੋਮੀਟਰ ਆ। ਭਾਰਤ ਵਿੱਚ ਵਹਿਣ ਦਾ ਮਤਲਬ ਇਹ ਆ ਕਿ ਸਾਰੀ ਦੀ ਸਾਰੀ ਇਹ ਭਾਰਤ ਵਿੱਚ ਨਹੀਂ ਵਹਿੰਦੀ, ਪਾਕਿਸਤਾਨ ਦੇ ਵਿੱਚ ਵੀ ਆ। ਹੁਣ ਜੇਕਰ ਤੁਹਾਨੂੰ ਇਹਦਾ ਓਰੀਜਨ ਪੁਆਇੰਟ ਪੁੱਛਿਆ ਜਾਵੇ, ਬੋਖਰ ਸ਼ੂ ਓਰੀਜਨ ਪੁਆਇੰਟ ਆ। ਤਿੱਬਤ ਤੋਂ ਮਾਨਸਰੋਵਰ ਝੀਲ ਵੀ ਇਹਦਾ ਓਰੀਜਨ ਪੁਆਇੰਟ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਇਹਦਾ ਜਿਹੜਾ ਕਿੱਥੇ ਆ ਕੇ, ਕਿਉਂਕਿ ਇੱਕ ਚੀਜ਼ ਧਿਆਨ ਦੇ ਵਿੱਚ ਰੱਖਿਓ, ਇਹ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਵਾ। ਲਦਾਖ, ਜਾਸਕਰ, ਬਾਲਿਸਤਾਨ, ਇਹਨਾਂ ਤਿੰਨਾਂ ਨੂੰ ਹੁੰਦੀ ਹੋਈ, ਇਹਨਾਂ ਤਿੰਨਾਂ ਨੂੰ ਪਾਰ ਕਰਕੇ ਫਿਰ ਅਟਕ ਦੇ ਨੇੜੇ, ਅਟਕ ਦਰਿਆ ਪਤਾ ਨਾ ਪਾਕਿਸਤਾਨ ਦਾ, ਅਟਕ ਦੇ ਨੇੜੇ ਆ ਕੇ ਪਾਕਿਸਤਾਨ ਦਾ ਮਿਠਾਨਕੋਟ ਜ਼ਿਲ੍ਹਾ ਕਰਾਚੀ ਪੂਰਬ ਹਿੱਸੇ ਵਿੱਚ ਆ ਕੇ ਅਰਬ ਸਾਗਰ ਵਿੱਚ ਡਿੱਗ ਜਾਂਦੀ ਆ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਉਸ ਤੋਂ ਬਾਅਦ ਜੇਕਰ ਤੁਹਾਨੂੰ ਪੁੱਛਿਆ ਜਾਵੇ ਸਿੰਧ ਨਦੀ ਸਮਝੌਤਾ, ਸਿੰਧ ਨਦੀ ਸਮਝੌਤਾ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਿੰਧ ਨਦੀ ਸਮਝੌਤਾ ਹੋਇਆ ਸੀ 1960 ਦੇ ਵਿੱਚ, ਠੀਕ ਆ। ਸਿੰਧ ਨਦੀ ਸਮਝੌਤਾ, ਸਿੰਧ ਨਦੀ ਸਮਝੌਤਾ ਕਦੋਂ ਹੋਇਆ? 1960 ਦੇ ਵਿੱਚ। 1960 ਦੇ ਵਿੱਚ ਸਿੰਧ ਨਦੀ ਸਮਝੌਤਾ ਹੁੰਦਾ। ਇਸ ਸਮਝੌਤੇ ਦੇ ਵਿੱਚ ਗੱਲ ਕੀ ਹੁੰਦੀ ਆ, ਕਿਉਂਕਿ ਪਹਿਲਾਂ ਵੰਡ ਨਹੀਂ ਸੀ ਹੋਈ। ਜਦੋਂ 1947 ਦੇ ਵਿੱਚ ਸਾਡੀ ਵੰਡ ਹੋ ਗਈ ਤੇ ਫਿਰ ਪਾਣੀਆਂ ਦਾ ਰੌਲਾ ਪੈ ਗਿਆ, ਕਿਉਂਕਿ ਸਿੰਧ ਨਦੀ ਦਾ ਕਾਫੀ ਹਿੱਸਾ ਪਾਕਿਸਤਾਨ 'ਚ ਰਹਿ ਗਿਆ ਤੇ ਥੋੜਾ ਜਿਹਾ ਹਿੱਸਾ ਸਾਡੇ ਭਾਰਤ ਦੇ ਵਿੱਚ ਰਹਿ ਗਿਆ। ਪਰ ਜਦੋਂ ਇਸੇ ਹੀ ਕਰਕੇ ਤਾਂ ਇਹਨਾਂ ਨੇ ਸਿੰਧ ਨਦੀ ਸਮਝੌਤਾ ਕੀਤਾ। ਸਮਝੌਤੇ ਦੇ ਵਿੱਚ ਕੀ ਗੱਲਬਾਤ ਹੋਈ ਵੀ ਜਿਹੜਾ ਭਾਰਤ ਆ ਉਹ ਸਿੰਧ ਨਦੀ ਦਾ 20% ਪਾਣੀ ਜਿਹੜਾ ਵਾ ਕੀ ਕਰ ਸਕਦਾ ਵਾ, ਵਰਤ ਸਕਦਾ ਵਾ। ਮਤਲਬ ਇਹ ਵੀ ਭਾਰਤ ਸਿੰਧ ਨਦੀ ਦਾ 20% ਹਿੱਸਾ ਇਸ ਸਮਝੌਤੇ ਦੇ ਹੱਕ ਦੇ ਨਾਲ, ਇਸ ਸਮਝੌਤੇ ਵਿੱਚ ਹੋਈ ਗੱਲਬਾਤ ਦੇ ਤਹਿਤ ਵਰਤ ਸਕਦਾ ਵਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਾਡੇ ਪਿਛਲੇ ਤੋਂ ਪਿਛਲੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ, ਸ਼ਾਇਦ ਇਹੀ ਕੁਐਸਚਨ ਸੀ, ਮੈਨੂੰ ਯਾਦ ਨਹੀਂ, ਕੁਐਸਚਨ ਪੇਪਰ ਪਏ ਸੀ, ਪਰ ਸਾਰੇ ਬੰਨੇ ਦਿਮਾਗ ਨਹੀਂ ਵੀ ਘੁੰਮਦਾ ਹਨਾ। ਕੁਐਸਚਨ ਪੇਪਰ ਮੇਰੇ ਤੋਂ ਸਾਰੇ ਪਏ ਆ, ਠੀਕ ਆ। ਇਹ ਪੁੱਛਿਆ ਗਿਆ ਸੀ ਕੁਐਸਚਨ ਵੀ ਭਾਰਤ, ਪਤਾ ਨਹੀਂ ਇਹੀ ਪੇਪਰ ਸੀ ਸ਼ਾਇਦ ਕਿ ਉਸ ਤੋਂ ਪਿਛਲਾ ਪੇਪਰ ਸੀ, ਪੁੱਛਿਆ ਗਿਆ ਸੀ ਇਹ ਕੁਐਸਚਨ PSTET ਦੇ ਪੇਪਰ ਵਿੱਚ ਪੁੱਛਿਆ ਜਾ ਚੁੱਕਾ ਵਾ। ਇਹਨੂੰ ਹਾਈਲਾਈਟ ਕਰ ਲਓ, ਸਿੰਧ ਨਦੀ ਸਮਝੌਤਾ। ਉਸ ਤੋਂ ਬਾਅਦ ਇਹਦੀਆਂ ਆ ਜਾਂਦੀਆਂ ਵਾ ਸਿੰਧ ਨਦੀ ਦੀਆਂ ਸਹਾਇਕ ਨਦੀਆਂ। ਤੇ ਹੁਣ ਆਪਾਂ ਜਾਣਦੇ ਆ ਸਿੰਧ ਨਦੀ ਦੀਆਂ ਸਹਾਇਕ ਨਦੀਆਂ ਤੇ, ਠੀਕ ਹੈ। ਜਦੋਂ ਅਸੀਂ ਸਿੰਧੂ ਜਲ ਸਮਝੌਤੇ ਦੀ ਗੱਲ ਕਰਦੇ ਆ ਨਾ, ਇੱਕ ਪੁਆਇੰਟ ਉੱਥੇ ਹੋਰ ਨੋਟ ਕਰ ਲਓ, 1960 ਵਾਲਾ ਸਮਝੌਤੇ ਦੀ ਗੱਲ ਕਰਦੇ ਆ ਅਸੀਂ। ਰਾਵੀ ਤੇ ਸਤਲੁਜ, ਰਾਵੀ ਤੇ ਸਤਲੁਜ ਦਾ ਅਸੀਂ ਸਾਰਾ ਹੀ ਪਾਣੀ ਵਰਤਾਂਗੇ ਭਾਰਤ, ਠੀਕ ਹੈ। ਰਾਵੀ ਤੇ ਸਤਲੁਜ ਦਾ ਇਹ ਦਰਿਆ ਸਾਡੇ ਆ, ਠੀਕ ਹੈ, ਇਹਦਾ ਅਸੀਂ ਸਾਰਾ ਹੀ ਪਾਣੀ ਵਰਤਾਂਗੇ। ਪਰ ਜਦੋਂ 20% ਦੀ ਗੱਲ ਆਉਂਦੀ ਆ ਤੇ ਕਿਹੜੇ ਦਰਿਆਵਾਂ ਦੀ? ਚਨਾਬ ਤੇ ਜਿਹਲਮ, ਚਨਾਬ ਤੇ ਜਿਹਲਮ। ਇਹ ਕੀ ਨੇ? ਇਹ ਸਾਡੀਆਂ ਨੇ ਸਹਾਇਕ ਨਦੀਆਂ। ਕਿਹਦੀਆਂ ਸਹਾਇਕ ਨਦੀਆਂ? ਸਾਡੀਆਂ ਇਹ ਸਿੰਧ ਨਦੀ ਦੀਆਂ ਸਹਾਇਕ ਨਦੀਆਂ। ਚਨਾਬ ਤੇ ਜਿਹਲਮ ਨਦੀ ਦਾ ਭਾਰਤ ਕਿੰਨਾ ਪਾਣੀ ਵਰਤ ਸਕਦਾ ਵਾ? ਸਿਰਫ 20% ਪਾਣੀ ਵਰਤ ਸਕਦਾ। ਇਹ 1960 ਦੇ ਸਮਝੌਤੇ ਵਿੱਚ ਗੱਲਾਂ ਹੋਈਆਂ। ਉਸ ਤੋਂ ਬਾਅਦ ਆ ਜਾਓ ਤੁਸੀਂ ਆਪਣੇ
ਸਿੰਧ ਨਦੀ ਦੀਆਂ ਸਹਾਇਕ ਨਦੀਆਂ, ਖੱਬੇ ਪਾਸੇ ਦੀਆਂ ਨਦੀਆਂ ਤੇ ਸੱਜੇ ਪਾਸੇ ਦੀਆਂ ਨਦੀਆਂ। ਖੱਬੇ ਪਾਸੇ ਦੇ ਵਿੱਚ ਸਾਡੀ ਆ ਜਾਂਦੀ ਆ ਜਾਸਕਰ, ਚਨਾਬ, ਸਤਲੁਜ, ਸੋਆਨ, ਬਿਆਸ, ਰਾਵੀ ਤੇ ਜਿਹਲਮ। ਠੀਕ ਆ, ਇਹ ਸਾਡੀਆਂ ਜਿਹੜੀਆਂ ਨੇ ਖੱਬੇ ਪਾਸੇ ਦੀਆਂ ਸਹਾਇਕ ਨਦੀਆਂ ਨੇ ਸਿੰਧ ਨਦੀ ਦੀਆਂ। ਸੱਜੇ ਪਾਸੇ ਦੀਆਂ ਸਹਾਇਕ ਨਦੀਆਂ ਸ਼ਿਉਂਕ, ਗਿਲਗਿਤ, ਕਾਬੁਲ, ਸਕਾਰਦੂ, ਸਿਗੂ। ਜੇ ਮੈਂ ਤੁਹਾਨੂੰ ਕਹਾਂ ਵੀ ਹੁਣ ਇੰਨੀਆਂ ਨਦੀਆਂ ਦੀ ਡਿਟੇਲ ਪੜ੍ਹਨੀ ਸਾਰਿਆਂ ਦੀ ਜ਼ਰੂਰੀ ਆ, ਬਿਲਕੁਲ ਨਹੀਂ। ਸਿੰਧ ਨਦੀ ਦੀ ਆਪਣੀ ਇੰਪੋਰਟੈਂਸ ਤਾਂ ਹੈਗੀ ਆ, ਪਰ ਇਹਦੀਆਂ ਖੱਬੇ ਪਾਸੇ ਦੀਆਂ ਨਦੀਆਂ ਦੇ ਵਿੱਚੋਂ ਚਨਾਬ, ਸਤਲੁਜ, ਬਿਆਸ, ਰਾਵੀ, ਜਿਹਲਮ, ਇਹਨਾਂ ਦੇ ਬਾਰੇ ਸਾਨੂੰ ਕੁਐਸਚਨ ਆ ਸਕਦਾ। ਇਹੋ ਹੀ ਜ਼ਿਆਦਾ ਇੰਪੋਰਟੈਂਟ ਆ। ਵੈਸੇ ਏਦਾਂ ਬਣਾ ਤੁਸੀਂ ਸਾਰਾ ਹੀ ਲਓ। ਹੁਣ ਜਿਹੜੀਆਂ ਸਹਾਇਕ ਨਦੀਆਂ ਵਾ ਨਾ, ਇਹਨਾਂ ਦਾ ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿੱਥੋਂ ਨਿਕਲਦੀਆਂ ਵਾ ਨੇ, ਹਨਾ, ਕਿੱਥੋਂ ਨਿਕਲਦੀਆਂ ਨੇ ਤੇ ਕਿੰਨੀ ਇਹਨਾਂ ਦੀ ਲੰਬਾਈ ਆ ਤੇ ਇਹਨਾਂ ਦੀਆਂ ਜਿਹੜੀ, ਠੀਕ ਆ, ਬਸ ਇਹ ਚੀਜ਼। ਇਹਦੇ ਵਿੱਚ ਤੇ ਕੋਈ ਸਮਝਾਉਣ ਵਾਲੀ ਗੱਲ ਹੀ ਨਹੀਂ ਹੈਗੀ ਵੀ ਜੇ ਹੁਣ ਮੈਂ ਸਿੰਧ ਨਦੀ ਦੀਆਂ ਅੱਗੋਂ ਸਹਾਇਕ ਨਦੀਆਂ ਦੀ ਵੀ ਤੁਹਾਨੂੰ ਡਿਟੇਲ ਕਰਾਉਣ ਲੱਗ ਜਾ ਤੇ ਉਹ ਇਹ ਆ ਵੀ ਇਹ ਕਿੱਥੋਂ ਨਿਕਲਦੀਆਂ ਵਾ ਤੇ ਇਹਨਾਂ ਦੀ ਲੰਬਾਈ ਕਿੰਨੀ ਆ, ਪਰ ਇਹਦੇ ਵਿੱਚ ਤੇ ਸਮਝਾਉਣ ਵਾਲੀ ਕੋਈ ਚੀਜ਼ ਹੈ ਨਹੀਂ। ਇਹਦਾ ਡਾਟਾ ਮੈਂ ਤੁਹਾਨੂੰ PDF ਦੇ ਵਿੱਚ ਕਿਉਂਕਿ ਉਹਨਾਂ ਨੇ ਨੋਟਬੁੱਕ ਤੇ ਬਹੁਤ ਸੋਹਣੇ ਡੱਬੇ ਬਣਾ ਕੇ ਦੱਸਿਆ ਕਿੱਥੋਂ ਨਿਕਲਦੀ, ਕਿੱਥੇ ਜਿਹੜੇ ਕਿੰਨੀ ਇਹਦੀ ਲੰਬਾਈ, ਉਹ ਚੀਜ਼ ਯਾਦ ਰੱਖਣ ਵਾਲੀ ਨਹੀਂ ਆ। ਸੋ ਸਹਾਇਕ ਨਦੀਆਂ ਤੁਸੀਂ ਇਦਾਂ ਲਿਖ ਲਓ। ਇਹਦੀ PDF ਮੈਂ ਤੁਹਾਨੂੰ ਦੇ ਦੂੰਗੀ। ਇੱਥੇ ਮੈਂ ਸਹਾਇਕ ਨਦੀਆਂ ਨਹੀਂ ਕਰਾਉਂਗੀ ਡਿਟੇਲ ਦੇ ਵਿੱਚ, ਕਿਉਂਕਿ ਇਹਨਾਂ ਨੂੰ ਡਿਟੇਲ ਦੇ ਵਿੱਚ ਬਸ ਪੜ੍ਹਨਾ ਕੀ ਆ, ਇਹ ਕਿੱਥੋਂ ਨਿਕਲਦੀਆਂ ਨੇ ਸਹਾਇਕ ਨਦੀਆਂ ਤੇ ਇਹਨਾਂ ਦੀ ਕਿੰਨੀ ਲੰਬਾਈ ਆ, ਤੇ ਉਹ ਡਾਟਾ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਦਊਂਗੀ। ਠੀਕ ਆ, ਸੋ ਪਤਾ ਲੱਗ ਗਿਆ ਸਿੰਧ ਨਦੀ ਦੇ ਬਾਰੇ। ਹੁਣ ਆਪਾਂ ਅਗਲੀ ਨਦੀ ਤੇ ਜਾਂਦੇ ਆ। ਅਗਲੀ ਨਦੀ ਸਾਡੀ ਹੈਗੀ ਆ ਗੰਗਾ ਨਦੀ। ਗੰਗਾ ਨਦੀ ਤੇ ਜਾਂਦੇ ਆ। ਠੀਕ ਆ, ਤੁਸੀਂ ਐ ਕਰੋ ਵੀ ਆਪਾਂ ਨਾ ਜਿਹੜੀਆਂ ਸਿੰਧ ਨਦੀ ਦੀਆਂ ਸਹਾਇਕ ਨਦੀਆਂ ਇੰਪੋਰਟੈਂਟ, ਉਹਨਾਂ ਦੀ ਡਿਟੇਲ ਮੈਂ ਤੁਹਾਨੂੰ ਕਰਵਾ ਹੀ ਦਿੰਦੀ, ਕਿਉਂ ਸ਼ਾਰਟਕਟ ਮਾਰਨੀ ਆਪਾਂ, ਹਨਾ। ਜਿਹਲਮ ਤੇ ਆ ਜਾਓ। ਜਿਹਲਮ ਜਿਹੜੀ ਆ, ਇਹਦੇ ਦੋ ਨਾਮ ਆ, ਹਾਈਡਾ ਪਾਸ ਤੇ ਵਿਦਸਤਾ। ਠੀਕ ਆ, ਜਦੋਂ ਅਸੀਂ ਯਾਦ ਕਰੋ, ਜਦੋਂ ਅਸੀਂ ਆਪਾਂ ਪੜ੍ਹਦੇ ਆ ਏਸ਼ੀਅਨ ਹਿਸਟਰੀ ਪੜ੍ਹਦੇ ਆ, ਉਦੋਂ ਸਾਨੂੰ ਇਹਨਾਂ ਨਦੀਆਂ ਦੇ ਨਾਮ ਇਹ ਦੇਖਣ ਨੂੰ ਮਿਲਦੇ ਆ। ਠੀਕ ਆ, ਕਿਹਦੇ ਵਿੱਚ ਮਿਲਦੇ ਆ? ਇਹ ਵਿਦਸਤਾ, ਅਸ਼ਕਨੀ, ਇਹ ਨਾਮ ਕਿਹੜੇ ਗ੍ਰੰਥ ਦੇ ਵਿੱਚ ਆ? ਇਹ ਕਮੈਂਟ ਕਰਕੇ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਇਹ ਸਾਰਾ ਕੁਝ ਮੈਂ ਕਰਵਾ ਚੁੱਕੀ ਆ ਏਸ਼ੀਅਨ ਹਿਸਟਰੀ ਦੇ ਵਿੱਚ, ਇਹ ਮੈਂ ਕਰਵਾ ਚੁੱਕੀ ਆ। ਜਿਹਲਮ ਦਾ ਨਾਮ ਵਿਦਸਤਾ ਵਾ ਤੇ ਹਾਈਡਾ ਪਾਸ ਵੀ ਇਹਦਾ ਨਾਮ ਆ। ਜਿਹਲਮ ਦਾ ਓਰੀਜਨ ਪੁਆਇੰਟ ਹੈਗਾ ਵਾ ਵੈਰੀ ਨਾਗ ਝਰਨਾ। ਵੈਰੀ ਨਾਗ ਤੇਰਾ ਪਹਿਲਾ ਕੀ ਝਲਕਾ, ਜਦ ਅੱਖੀਆਂ ਵਿੱਚ ਵੱਜਦਾ, ਲੈ ਲੈਂਦਾ ਇੱਕ ਸਿਜਦਾ। ਇਹ ਕਿਹਦੀ ਕਵਿਤਾ ਆ? ਭਾਈ ਵੀਰ ਸਿੰਘ ਦੀ ਕਵਿਤਾ ਨਾ, ਵੈਰੀ ਨਾਗ ਤੇਰਾ ਪਹਿਲਾ ਝਲਕਾ, ਹਨਾ, ਉਹ ਚੀਜ਼ ਆ। ਠੀਕ ਆ, ਸੋ ਇਹਦਾ ਓਰੀਜਨ ਪੁਆਇੰਟ ਕਿਹੜਾ ਹੈਗਾ ਵਾ? ਵੈਰੀ ਨਾਗ ਝਰਨਾ, ਪੀਰ ਪੰਜਾਲ, ਭਾਈ ਵੀਰ ਸਿੰਘ ਦੀ ਕਵਿਤਾ ਤੋਂ ਯਾਦ ਰੱਖ ਲਿਓ। ਓਰੀਜਨ ਪੁਆਇੰਟ ਵੈਰੀ ਨਾਗ ਝਰਨਾ, ਪੀਰ ਪੰਜਾਲ ਦੇ ਵਿੱਚ। ਜਾਂ ਐ ਲਿਖ ਲਓ ਵੀ ਕਸ਼ਮੀਰ ਘਾਟੀ ਤੋਂ ਇਹ ਨਿਕਲਦੀ ਆ। ਕਸ਼ਮੀਰ ਘਾਟੀ ਤੋਂ ਨਿਕਲਦੀ ਆ। ਫਲੋ ਕਿੱਥੇ ਕਰਦੀ ਆ? ਫਲੋ ਕਿੱਥੋਂ ਕਰਦੀ ਆ? ਸ਼੍ਰੀਨਗਰ ਵੂਲਰ ਝੀਲ। ਠੀਕ ਆ, ਸ਼੍ਰੀਨਗਰ ਵੂਲਰ ਝੀਲ। ਠੀਕ ਆ, ਵੂਲਰ ਝੀਲ ਰਾਹੀਂ ਹੁੰਦੀ ਹੋਈ ਇਹ ਕਿੱਥੇ ਪਹੁੰਚ ਜਾਂਦੀ ਆ? ਪਾਕਿਸਤਾਨ ਵਿੱਚ ਪਹੁੰਚ ਜਾਂਦੀ ਆ। ਫਲੋ ਕਿੱਦਾਂ ਕਰਦੀ ਆ? ਸ਼੍ਰੀਨਗਰ ਤੋਂ, ਵੂਲਰ ਝੀਲ ਤੋਂ ਹੁੰਦੀ ਹੋਈ ਕਿੱਥੇ ਚਲ ਜਾਂਦੀ ਆ? ਪਾਕਿਸਤਾਨ ਦੇ ਵਿੱਚ ਚਲ ਜਾਂਦੀ ਆ। ਸਿੰਧ ਨਦੀ ਦੀ ਸਹਾਇਕ ਨਦੀ ਜਿਹਲਮ ਨਦੀ। ਚਨਾਬ ਨਾਲ ਮਿਲ ਕੇ ਚੱਜ ਦੁਆਬ ਬਣਾਉਂਦੀ ਆ। ਇਹ ਚੱਜ ਦੁਆਬ ਕਿੱਥੇ ਬਣਦਾ ਵਾ? ਝੰਗ, ਪਾਕਿਸਤਾਨ। ਝੰਗ ਕਿਹਦਾ ਇਲਾਕਾ ਸੀ? ਦੱਸੋ ਬਈ, ਕਿਹਦਾ ਇਲਾਕਾ ਸੀ ਝੰਗ? ਹੀਰ ਸਾਹਿਬਾਂ ਤੇ ਆਪਣਾ, ਹਾਂ, ਠੀਕ ਆ, ਜੇਕਰ ਪੰਜਾਬੀ ਲਿਟਰੇਚਰ ਆਉਂਦੀ ਹੋਊਗੀ। ਠੀਕ ਹੈ, ਚਨਾਬ ਨਾਲ ਮਿਲ ਕੇ ਚੱਜ ਦੁਆਬ। ਹੁਣ ਇਹ ਦੁਆਬ ਤੁਸੀਂ ਕਿੱਦਾਂ ਯਾਦ ਰੱਖਣੇ? ਚਿੱਚੇ ਤੋਂ ਚਨਾਬ, ਜਿੱਜੇ ਤੋਂ ਜਿਹਲਮ, ਮਿਲ ਕੇ ਕੀ ਬਣ ਗਿਆ? ਚੱਜ ਦੁਆਬ ਬਣ ਗਿਆ। ਠੀਕ ਆ, ਉਸ ਤੋਂ ਬਾਅਦ ਅਗਲੀ ਆ ਜਾਓ ਚਨਾਬ ਨਦੀ। ਚਨਾਬ ਨਦੀ ਦਾ ਨਾਮ ਕੀ ਮਿਲਦਾ ਸਾਨੂੰ? ਅਸ਼ਕਨੀ। ਅਸ਼ਕਨੀ ਨਾਮ ਮਿਲਦਾ ਵਾ ਸਾਨੂੰ। ਓਰੀਜਨ ਪੁਆਇੰਟ ਇਹਦਾ ਵਾ ਹੈਗਾ ਵਾ ਹਿਮਾਚਲ ਪ੍ਰਦੇਸ਼। ਬਾਰਾਲਾਚਾ ਦਰਾ। ਇਹ ਦਰੇ ਵੀ ਮੈਂ ਤੁਹਾਨੂੰ ਸਾਰੇ ਕਰਵਾਉਂਗੀ, ਕਿੰਨੇ ਸਾਰੇ ਦਰੇ ਕਰਵਾਉਂਗੀ। ਠੀਕ ਹੈ, ਦਰੇ ਕੀ ਹੁੰਦੇ ਵੀ ਮੈਂ ਤੁਹਾਨੂੰ ਦੱਸੂਗੀ, ਕਿਉਂਕਿ ਆਪਾਂ ਦਰਿਆਂ ਵਾਲੇ ਕਨਸੈਪਟ ਤੇ ਅਜੇ ਗਏ ਨਹੀਂ। ਠੀਕ ਆ, ਜਿਹੜੀ ਇਹਦਾ ਓਰੀਜਨ ਪੁਆਇੰਟ ਆ ਚਨਾਬ ਦਾ, ਅਸ਼ਕਨੀ ਦਾ, ਉਹ ਹੈਗਾ ਵਾ ਹਿਮਾਚਲ ਪ੍ਰਦੇਸ਼, ਬਾਰਾਲਾਚਾ ਦਰਾ। ਠੀਕ ਆ, ਸਿੰਧ ਦੀ ਸਭ ਤੋਂ ਵੱਡੀ ਸਹਾਇਕ ਨਦੀ ਆ ਕਿਹੜੀ? ਚਨਾਬ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ ਕਿ ਸਿੰਧ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਕਿਹੜੀ ਆ? ਚਨਾਬ ਸਿੰਧ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਆ। ਠੀਕ ਆ, ਹੁਣ ਨਾ ਇੱਥੇ ਇੱਕ ਫਰਕ ਦੇਖਣ ਨੂੰ ਮਿਲਦਾ। ਜਿਹੜੀ ਸਾਡੀ ਪੰਜਾਬ ਬੋਰਡ ਦੀ ਬੁੱਕ ਆ, ਉਹਦੇ ਤੇ
ਦੱਸਿਆ ਵਾ ਕਿ ਭਾਰਤ ਵਿੱਚ ਚਨਾਬ 1800 ਕਿਲੋਮੀਟਰ ਵਹਿੰਦੀ ਆ, ਪਰ ਕੁਝ ਬੁੱਕਸ ਤੇ ਸਾਨੂੰ 1180 ਵੀ ਲਿਖਿਆ ਮਿਲਦਾ ਵਾ। ਸੋ ਦੋਨੋਂ ਤਰ੍ਹਾਂ ਲਿਖ ਲਓ। ਇੱਥੇ PSEB ਪਾ ਕੇ ਲਿਖ ਲਓ 1800 ਕੌਣ ਕਹਿੰਦੀ ਹੈ, ਸਾਡੀ ਪੰਜਾਬ ਬੋਰਡ ਦੀ SCERT ਬੁੱਕ ਕਹਿੰਦੀ ਕਿ ਭਾਰਤ ਵਿੱਚ 1800 ਕਿਲੋਮੀਟਰ ਫਲੋ ਕਰਦੀ ਆ, ਪਰ ਕੁਝ ਬੁੱਕਸ ਦੇ ਵਿੱਚ 1180 ਵੀ ਲਿਖਿਆ ਹੋਇਆ ਵਾ। ਸੋ ਹੁਣ ਚਨਾਬ ਨਦੀ ਤੇ 2 ਪ੍ਰੋਜੈਕਟ ਬਣੇ ਆ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤੇ ਬਗਲੀਹਾਰ ਪ੍ਰੋਜੈਕਟ ਜਿਹੜੇ ਆ ਚਨਾਬ ਤੇ ਬਣੇ ਹੋਏ ਆ। ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤੇ ਬਗਲੀਹਾਰ ਪ੍ਰੋਜੈਕਟ ਜਿਹੜੇ ਆ ਚਨਾਬ ਤੇ ਬਣੇ ਹੋਏ ਆ। ਉਸ ਤੋਂ ਬਾਅਦ ਜਾਂਦੇ ਆ ਅਗਲੀ ਸਹਾਇਕ ਨਦੀ ਤੇ। ਉਸ ਤੋਂ ਬਾਅਦ ਆ ਜਾਓ ਰਾਵੀ ਤੇ। ਰਾਵੀ ਦਾ ਨਾਮ ਸਾਨੂੰ ਕੀ ਮਿਲਦਾ ਵਾ? ਪੁਰੁਸ਼ਨੀ। ਰਾਵੀ ਨੂੰ ਅਸੀਂ ਪੁਰੁਸ਼ਨੀ ਨਾਮ ਦੇ ਨਾਲ ਜਾਣਦੇ ਆ ਸਾਡੇ ਗ੍ਰੰਥ ਦੇ ਵਿੱਚ, ਠੀਕ ਆ। ਰੋਹਤਾਂਗ ਦਰਾ, ਇਹ ਕਿੱਥੋਂ ਨਿਕਲਦੀ ਆ? ਰੋਹਤਾਂਗ ਦਰਾ। ਰਾਰੇ ਤੋਂ ਰਾਵੀ ਤੇ ਰਾਰੇ ਤੋਂ ਰੋਹਤਾਂਗ ਦਰਾ, ਤੁਹਾਨੂੰ ਯਾਦ ਰਹਿ ਜਾਊਗਾ। ਇਹਦਾ ਜਿਹੜਾ ਓਰੀਜਨ ਪੁਆਇੰਟ ਹੈਗਾ ਵਾ ਰੋਹਤਾਂਗ ਦਰਾ, ਕੁੱਲੂ ਹਿਮਾਚਲ ਪ੍ਰਦੇਸ਼ ਇਹਦਾ ਜਿਹੜਾ ਵਾ ਓਰੀਜਨ ਪੁਆਇੰਟ ਆ। ਪਾਕਿਸਤਾਨ ਵਿੱਚ ਐਂਟਰ ਹੋਣ ਤੋਂ ਪਹਿਲਾਂ ਇਹ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਐਂਟਰ ਕਰਦੀ ਆ। ਪਾਕਿਸਤਾਨ ਵਿੱਚ ਐਂਟਰ ਹੋਣ ਤੋਂ ਪਹਿਲਾਂ ਸਾਡੇ ਪਿਆਰੇ ਜੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਇਹ ਐਂਟਰ ਹੁੰਦੀ ਆ, ਠੀਕ ਆ। ਹੁਣ ਇਹ ਕੀ ਬਣਾਉਂਦੀ ਆ? ਰਚਨਾ ਦੁਆਬ। ਕਿੱਥੇ? ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਵਿੱਚ ਇਹ ਕੀ ਕਰਦੀ ਆ? ਰਚਨਾ ਦੁਆਬ ਬਣਾਉਂਦੀ ਆ, ਠੀਕ ਆ। ਸਰਾਈ ਦਾ ਇਲਾਕਾ ਵਾ ਪਾਕਿਸਤਾਨ ਦਾ। ਪਾਕਿਸਤਾਨ ਦੇ ਵਿੱਚ ਸਰਾਈ ਇਲਾਕਾ ਵਾ ਜਿੱਥੇ ਇਹ ਜਿਹੜਾ ਰਚਨਾ ਦੁਆਬ ਬਣਾਉਂਦੀ ਆ। ਰਾਰੇ ਤੋਂ ਹੁਣ ਰਚਨਾ ਦੁਆਬ ਕਿਹਦੇ ਨਾਲ ਮਿਲਦੇ ਆ? 2 ਨਦੀਆਂ ਦੇ ਨਾਲ। ਹੁਣ ਰਾਰੇ ਤੋਂ ਰਾਵੀ ਤੇ ਚਿੱਚੇ ਤੋਂ ਚਨਾਬ, ਮਤਲਬ ਰਚਨਾ ਦੁਆਬ ਤੋਂ ਸਾਨੂੰ ਕੀ ਪਤਾ ਲੱਗ ਗਿਆ? ਰਾਵੀ ਤੇ ਚਨਾਬ ਮਿਲ ਕੇ ਕੀ ਬਣਾਉਂਦੀਆਂ ਨੇ? ਰਚਨਾ ਦੁਆਬ ਬਣਾਉਂਦੀਆਂ ਨੇ, ਠੀਕ ਆ। ਉਸ ਤੋਂ ਬਾਅਦ ਆ ਗਿਆ ਸਾਡਾ ਬਿਆਸ। ਬਿਆਸ ਵੀ ਸਿੰਧ ਨਦੀ ਦੀ ਸਹਾਇਕ ਨਦੀ ਆ। ਇਹਦਾ ਨਾਮ ਸਾਨੂੰ ਮਿਲਦਾ ਵਾ ਵਿਪਾਸ਼ਾ। ਇਹਦਾ ਓਰੀਜਨ ਪੁਆਇੰਟ ਹੈਗਾ ਬਿਆਸ ਕੁੰਡ ਰੋਹਤਾਂਗ ਦਰਾ। ਇਹਦਾ ਵੀ ਓਰੀਜਨ ਪੁਆਇੰਟ ਰੋਹਤਾਂਗ ਦਰਾ ਹੀ ਆ, ਪਰ ਨਾਲ ਬਿਆਸ ਕੁੰਡ ਯਾਦ ਰੱਖ ਲਿਓ। ਤੇ ਇਹ ਬਣਾਉਂਦੀ ਆ ਬਿਸਤ ਦੁਆਬ। ਬਿਸਤ ਦੁਆਬ ਕਿੱਥੇ ਪੈਂਦਾ ਵਾ? ਮੇਰੇ ਸ਼ਹਿਰ ਦੇ ਵਿੱਚ, ਠੀਕ ਆ। ਹਰੀਕੇ ਪੱਤਣ ਤਰਨ ਤਾਰਨ ਦੇ ਵਿੱਚ। ਹਰੀਕੇ ਪੱਤਣ ਤਰਨ ਤਾਰਨ ਇਹਦਾ ਕੀ ਆ? ਇਹਦਾ ਬਿਸਤ ਦੁਆਬ ਆ। ਹੁਣ ਜਲਦੀ ਕਮੈਂਟ ਕਰਕੇ ਦੱਸੋ ਬਿਸਤ ਦੁਆਬ ਕਿਹੜੀਆਂ ਨਦੀਆਂ ਦੇ ਨਾਲ ਬਣੂਗਾ? ਬੱਬੇ ਤੋਂ ਬਿਆਸ ਤੇ ਹੋਰ ਕਿਹੜੀ ਨਦੀ ਇਹਦੇ ਨਾਲ ਆ ਕੇ ਇਹਦਾ ਦੁਆਬ ਬਣਾਊਗੀ? ਜਲਦੀ ਕਮੈਂਟ ਕਰੋ, ਜਲਦੀ ਕਮੈਂਟ ਕਰੋ, ਕਿਉਂਕਿ ਮੈਂ ਪੜ੍ਹ ਤਾਂ ਰਹੀ ਹਾਂ, ਇਹਨਾਂ ਤੁਹਾਨੂੰ ਪਤਾ ਵੀ ਮੈਂ ਪੜ੍ਹ ਰਹੀ ਹਾਂ ਤੁਹਾਡੇ ਕਮੈਂਟ, ਠੀਕ ਆ। ਬਿਸਤ ਦੁਆਬ, ਠੀਕ ਆ। ਹਰੀਕੇ ਪੱਤਣ ਮੇਰੇ ਪਿਆਰੇ ਜੇ ਸ਼ਹਿਰ ਤਰਨ ਤਾਰਨ ਦੇ ਵਿੱਚ ਆਇਓ ਕਦੀ, ਆਪਾਂ ਤੁਹਾਨੂੰ ਪੱਤਣ ਪੁੱਤਣ ਹਰੀਕਿਆਂ ਵਾਲਾ ਵਿਖਾ ਕੇ ਲਿਆਵਾਂਗੇ, ਠੀਕ ਆ। ਆਇਓ ਕਦੀ, ਠੀਕ ਆ। ਉਸ ਤੋਂ ਬਾਅਦ ਆਪਾਂ ਜਾਂਦੇ ਆ ਅਗਲੀ ਸਹਾਇਕ ਨਦੀ ਤੇ, ਇੱਕ ਹੀ ਰਹਿ ਗਈ। ਉਸ ਤੋਂ ਬਾਅਦ ਆ ਜਾਓ ਸਤਲੁਜ ਤੇ। ਸਤਲੁਜ ਦਾ ਨਾਮ ਕੀ ਮਿਲਦਾ ਸਾਨੂੰ? ਸਤੁਦਰੀ। ਜਦੋਂ ਅਸੀਂ ਸਤਲੁਜ ਦੀ ਗੱਲ ਕਰਦੇ ਹਾਂ, ਰਕਸ਼ ਝੀਲ ਦਾ ਨਾਮ ਆ। ਰਕਸ਼ ਝੀਲ ਤੋਂ ਮਾਨ ਸਰੋਵਰ ਤਿੱਬਤ ਤੋਂ ਇਹ ਨਿਕਲਦੀ ਆ, ਇਹਦਾ ਰੀਜਨ ਪੁਆਇੰਟ ਆ। ਤੇ ਤਿੱਬਤ ਦੇ ਵਿੱਚ ਸਤਲੁਜ ਦਾ ਨਾਮ ਲੰਗਚਨ ਕਬਾਬ ਆ। ਬਹੁਤ ਇੰਪੋਰਟੈਂਟ ਪੁਆਇੰਟ ਆ, ਟੇਢਾ ਜਿਹਾ, ਇਹਨੂੰ ਯਾਦ ਰੱਖਿਓ। ਤਿੱਬਤ ਦੇ ਵਿੱਚ ਸਤਲੁਜ ਨਦੀ ਦਾ ਨਾਮ ਲੰਗਚਨ ਕਬਾਬ ਆ, ਠੀਕ ਆ। ਤੇ ਐਂਟਰ ਕਿੱਥੇ ਕਰਦੀ ਆ? ਰੋਪੜ ਪੰਜਾਬ ਦੇ ਵਿੱਚ ਇਹ ਐਂਟਰ ਕਰਦੀ ਆ। ਜਲਦੀ ਲਾਈਵ ਚੈਟ ਦੇ ਵਿੱਚ ਕਮੈਂਟ ਕਿ ਰੋਪੜ ਦਾ ਹੋਣ ਵਾਲਾ ਨਾਮ ਕੀ ਆ? ਰੋਪੜ ਦਾ ਨਾਮ ਬਦਲ ਚੁੱਕਾ, ਹੋਣ ਵਾਲਾ ਰੋਪੜ ਦਾ ਨਾਮ ਕੀ ਆ? ਜਲਦੀ ਜਲਦੀ, ਠੀਕ ਆ। ਸ਼ਾਬਾਸ਼, ਜਲਦੀ, ਠੀਕ ਆ। ਹੁਣ ਆ ਜਾਓ ਇਹਦੇ ਤੇ ਪ੍ਰੋਜੈਕਟ ਤੇ। ਸਤਲੁਜ ਨਦੀ ਤੇ ਕਿਹੜੇ ਕਿਹੜੇ ਪ੍ਰੋਜੈਕਟ ਬਣੇ ਹੋਏ ਆ? ਭਾਖੜਾ ਨੰਗਲ ਡੈਮ ਸਤਲੁਜ ਨਦੀ ਤੇ ਬਣਿਆ ਹੋਇਆ। ਗੋਬਿੰਦ ਸਾਗਰ ਝੀਲ ਸਤਲੁਜ ਨਦੀ ਤੇ ਬਣੀ ਹੋਈ ਆ। ਤੇ ਸਭ ਤੋਂ ਖਾਸ ਗੱਲ ਇਹ ਕਿ ਇਹ ਮੈਨ ਮੇਡ ਝੀਲ ਆ। ਕਿਹੜੀ ਝੀਲ ਆ? ਮੈਨ ਮੇਡ ਝੀਲ ਆ। ਮੈਨ ਮੇਡ ਸਮਝਦੇ ਹੋ ਨਾ, ਠੀਕ ਆ। ਇਹਦੇ ਨਾਲ ਸਾਡੀ ਸਿੰਧ ਨਦੀ ਤੇ ਵਿਦ ਉਹਦੀਆਂ ਜਿਹੜੀਆਂ ਇੰਪੋਰਟੈਂਟ ਸਹਾਇਕ ਨਦੀਆਂ ਸਾਡੀਆਂ, ਇਹ ਕਿਹੜੀਆਂ ਨਦੀਆਂ? ਖੱਬੇ ਪਾਸੇ ਦੀਆਂ ਸਹਾਇਕ ਨਦੀਆਂ ਜ਼ਿਆਦਾ ਇੰਪੋਰਟੈਂਟ ਸੀ ਸਿੰਧ ਨਦੀ ਦੀਆਂ, ਉਹ ਆਪਾਂ ਕਰ ਲਈਆਂ। ਸਿੰਧ ਨਦੀ ਕੰਪਲੀਟ ਹੋ ਗਈ। ਹੁਣ ਆਪਾਂ ਜਾਂਦੇ ਆ ਗੰਗਾ ਨਦੀ ਤੇ, ਠੀਕ ਆ। ਗੰਗਾ ਨਦੀ ਤੇ ਆ ਜਾਓ ਬਈ, ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਆ, ਲਿਖਦੇ ਜਾਓ ਪੁਆਇੰਟ। ਗੰਗਾ ਨਦੀ ਭਾਰਤ ਦੀ ਸਭ ਤੋਂ ਲੰਬੀ ਨਦੀ ਤੇ ਭਾਰਤ ਦੀ ਸਭ ਤੋਂ ਪਵਿੱਤਰ ਨਦੀ, ਦੋਵੇਂ ਪੁਆਇੰਟ ਗੰਗਾ ਦੇ ਬਾਰੇ ਯਾਦ ਰੱਖਿਓ। ਇਹ ਭਾਰਤ ਦੀ ਲੰਬੀ ਨਦੀ ਵੀ ਆ ਤੇ ਭਾਰਤ ਦੀ ਪਵਿੱਤਰ ਨਦੀ ਵੀ ਆ, ਠੀਕ ਹੈ। ਬਹੁਤ ਜ਼ਿਆਦਾ ਇਹਦੇ ਵਿੱਚ ਗੰਦਗੀ ਫੈਲ ਚੁੱਕੀ ਸੀ, ਪਰ ਹੁਣ ਕਾਫੀ ਜ਼ਿਆਦਾ ਸਫਾਈ ਦਾ ਕੰਮਕਾਰ ਇੱਥੇ ਚੱਲ ਰਿਹਾ। ਗੰਦਗੀ ਵੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਗੰਦਗੀ ਕਿਉਂ ਫੈਲ ਰਹੀ,
ਠੀਕ ਹੈ। ਭਾਰਤ ਦੀ ਸਭ ਤੋਂ ਲੰਬੀ ਨਦੀ ਤੇ ਭਾਰਤ ਦੀ ਸਭ ਤੋਂ ਪਵਿੱਤਰ ਨਦੀ ਆ। ਠੀਕ ਆ। ਗੰਗਾ ਗੰਗੋਤਰੀ ਤੋਂ ਜਨਮ ਲੈਂਦੀ ਆ। ਮਤਲਬ ਕਿ ਗੰਗਾ ਦਾ ਨਾਮ ਜਦੋਂ ਜਨਮ ਹੁੰਦਾ ਵਾ ਉਦੋਂ ਇਹਦਾ ਨਾਮ ਗੰਗਾ ਨਹੀਂ ਆ, ਇਹ ਗੰਗਾ ਗੰਗੋਤਰੀ ਤੋਂ ਨਿਕਲਦੀ ਆ, ਉੱਤਰਾਖੰਡ ਤੋਂ। ਠੀਕ ਆ। ਹੁਣ ਅੱਗੇ ਆ ਜੋ ਆਹ ਪੁਆਇੰਟ ਧਿਆਨ ਦੇ ਵਿੱਚ ਰੱਖਿਓ, ਜਦੋਂ ਗੰਗਾ ਨੇ ਗੰਗੋਤਰੀ ਤੋਂ ਜਨਮ ਲਿਆ ਉਦੋਂ ਇਹਦਾ ਨਾਮ ਕੀ ਆ? ਭਾਗੀਰਥੀ। ਅੱਛਾ, ਰੈੱਡ ਮਾਰਕਰ ਲੈ ਲੈਂਦੇ ਇੱਕ ਮਿੰਟ। ਓਹੋ, ਠੀਕ ਹੈ। ਜਦੋਂ ਇਹ ਜਨਮ ਲੈਂਦੀ ਗੰਗੋਤਰੀ ਤੋਂ ਉਦੋਂ ਇਹਦਾ ਨਾਮ ਕੀ ਆ? ਭਾਗੀਰਥੀ। ਭਾਗੀਰਥੀ ਤੇ ਅਲਕਨੰਦਾ ਦੋਵੇਂ ਮਿਲ ਕੇ ਕਿਹਦਾ? ਭਾਗੀਰਥੀ ਤੇ ਅਲਕਨੰਦਾ ਮਿਲ ਕੇ ਇੱਕ ਪ੍ਰਯਾਗ ਬਣਾਉਂਦੀਆਂ। ਪ੍ਰਯਾਗ ਵੀ ਮੈਂ ਤੁਹਾਨੂੰ ਸਾਰੇ ਕਰਾਉਂਗੀ, ਦਰੇ ਵੀ ਕਰਵਾਉਂਗੀ। ਭਾਗੀਰਥੀ ਤੇ ਅਲਕਨੰਦਾ ਮਿਲ ਕੇ ਕੀ ਬਣਾਉਂਦੀਆਂ ਨੇ? ਦੇਵ ਪ੍ਰਯਾਗ। ਤੇ ਦੇਵ ਪ੍ਰਯਾਗ ਤੋਂ ਇਹਦਾ ਨਾਮ ਕੀ ਪੈਂਦਾ ਵਾ? ਗੰਗਾ ਪੈਂਦਾ ਵਾ। ਵੇਖੋ, ਗੰਗਾ ਨਾਮ ਇਹਨੂੰ ਪ੍ਰਾਪਤ ਕਰਨ ਲਈ ਵਿਚਾਰੀ ਨੂੰ ਕਿੰਨੀਆਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਪੈਂਦਾ। ਉਹਨੂੰ ਤੇ ਕੋਈ ਫਰਕ ਨਹੀਂ ਪੈਂਦਾ। ਫਰਕ ਕਿਹਨਾਂ ਨੂੰ ਪੈਂਦਾ? ਆਪਾਂ ਨੂੰ, ਕਿਉਂਕਿ ਆਪਾਂ ਕੀ ਰੱਖਣਾ? ਆਪਾਂ ਯਾਦ ਰੱਖਣਾ। ਠੀਕ ਆ। ਗੰਗੋਤਰੀ ਤੋਂ ਜਦੋਂ ਇਹ ਨਿਕਲੀ ਉਦੋਂ ਇਹਦਾ ਨਾਮ ਭਾਗੀਰਥੀ। ਜਦੋਂ ਭਾਗੀਰਥੀ ਤੇ ਅਲਕਨੰਦਾ ਮਿਲੀਆਂ ਆਪਸ ਚ, ਇਹਨਾਂ ਨੇ ਦੇਵ ਪ੍ਰਯਾਗ ਬਣਾਇਆ। ਦੇਵ ਪ੍ਰਯਾਗ ਤੋਂ ਇਹਨਾਂ ਦਾ ਨਾਮ ਕੀ ਪਿਆ? ਗੰਗਾ ਨਦੀ ਪਿਆ। ਠੀਕ ਆ। ਇੰਨੀ ਡਿਟੇਲ ਦੇ ਵਿੱਚ ਕਦੀ ਪੜ੍ਹੀ ਆ ਜਿਓਗ੍ਰਾਫੀ? ਨਹੀਂ ਪੜ੍ਹੀ ਤੇ ਕਰ ਦੋ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਫਾਸਟ ਸਰਬ ਸੋਸ਼ਲ ਸਟੱਡੀ। ਕੁੱਲ ਲੰਬਾਈ ਇਹਦੀ ਸਾਨੂੰ ਮਿਲਦੀ ਆ 2525 ਕਿਲੋਮੀਟਰ। ਮੈਂ ਥੰਬਨੇਲ ਤੇ ਲਿਖਿਆ ਸੀ ਵੀ ਵੱਡਾ ਫਰਕ ਆ। ਜੋ ਮੈਂ ਆਪਣੀ ਥੰਬਨੇਲ ਤੇ ਲਿਖ ਦਿੰਦੀ ਆ ਉਹ ਸੱਚਾਈ ਮੇਰੀਆਂ ਕਲਾਸਾਂ ਦੇ ਵਿੱਚ ਬਿਲਕੁਲ ਹੁੰਦੀ ਆ, ਕਿਉਂਕਿ ਝੂਠੀ ਮੂਠੀ ਦੇ ਥੰਬਨੇਲ ਤੁਹਾਨੂੰ ਬਹੁਤ ਮਿਲਦਾ YouTube ਤੇ, ਹਨਾ। ਕੁੱਲ ਲੰਬਾਈ 2525 ਕਿਲੋਮੀਟਰ ਆ। ਇਹ ਸਾਨੂੰ ਪੰਜਾਬ ਬੋਰਡ ਦੀ ਬੁੱਕ ਦੱਸਦੀ ਆ, ਪਰ NCERT ਕਹਿੰਦੀ ਆ ਸਿਰਫ 2500 ਲੰਬਾਈ। ਦੋਨੋਂ ਤਰ੍ਹਾਂ ਯਾਦ ਰੱਖ ਲਿਓ। ਜੇਕਰ ਗੰਗਾ ਨਦੀ ਦੀ ਲੰਬਾਈ ਪੁੱਛੀ ਗਈ ਆ ਤੇ ਉੱਥੇ 2525 ਵਾਲੀ ਆਪਸ਼ਨ ਪਾਈ ਨਹੀਂ ਹੋਣੀ ਉਹਨਾਂ ਨੇ। 2525 ਵਾਲੀ ਆਪਸ਼ਨ ਜੇਕਰ ਪਾਈ ਨਾ ਹੋਈ, ਜੇਕਰ ਉਹਨਾਂ ਨੇ ਡਾਟਾ ਹੀ NCERT ਤੋਂ ਪਾਇਆ ਹੋਇਆ, ਉੱਥੇ 2500 ਵਾਲੀ ਆਪਸ਼ਨ ਪਈ ਹੋਈ ਤਾਂ ਤੁਸੀਂ 2525 ਵਾਲੀ ਲੱਭੀ ਜਾਣੀ ਤੇ ਤੁਸੀਂ ਕੁਐਸਚਨ ਛੱਡ ਕੇ ਆ ਜਾਣਾ ਤੇ ਉਧਰੋਂ ਫਿਰ ਮੇਰੇ ਵੱਲੋਂ ਪੈਣਗੀਆਂ ਚਪੇੜਾਂ, ਹਨਾ। ਇਹ ਕੰਮ ਨਹੀਂ ਤੁਸੀਂ ਕਰਨਾ। ਤੁਸੀਂ ਯਾਦ ਰੱਖਣਾ। ਇਸੇ ਕਰਕੇ ਤਾਂ ਮੈਂ ਛੱਡ ਨਹੀਂ ਰਹੀ, ਨਾ ਮੈਂ NCERT ਛੱਡ ਰਹੀ, ਨਾ ਮੈਂ ਪੰਜਾਬ ਬੋਰਡ ਛੱਡ ਰਹੀ। ਠੀਕ ਹੈ। ਕੁੱਲ ਲੰਬਾਈ 2525, ਇਹ ਪੰਜਾਬ ਬੋਰਡ ਦੀ ਬੁੱਕ ਤੇ ਆ। NCERT ਤੇ ਇਹਦੀ ਲੰਬਾਈ ਕੱਲੀ 2500 ਕਿਲੋਮੀਟਰ ਆ। ਦੋਵੇਂ ਤਰੀਕੇ ਦੇ ਨਾਲ ਯਾਦ ਰੱਖ ਲਿਓ। ਠੀਕ ਆ। ਬੰਗਲਾਦੇਸ਼ ਵਿੱਚ ਪ੍ਰਵੇਸ਼ ਕਰਦੀ ਆ ਗੰਗਾ ਨਦੀ ਤੇ ਬ੍ਰਹਮਪੁੱਤਰ ਦੇ ਨਾਲ ਮਿਲਦੀ ਆ। ਬ੍ਰਹਮਪੁੱਤਰ ਦੇ ਨਾਲ ਕਿੱਥੇ ਜਾ ਕੇ ਮਿਲਦੀ ਆ? ਇਲਾਹਾਬਾਦ ਦੇ ਵਿੱਚ ਇਹਦਾ ਸੰਗਮ ਹੋ ਜਾਂਦਾ ਵਾ। ਕਿਹਦੇ ਨਾਲ? ਬ੍ਰਹਮਪੁੱਤਰ ਦੇ ਨਾਲ। ਅੱਗੇ ਜਦੋਂ ਆਪਾਂ ਬ੍ਰਹਮਪੁੱਤਰ ਨਦੀ ਕਰਾਂਗੇ ਨਾ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਜੂ ਕਿ ਗੰਗਾ ਤੇ ਬ੍ਰਹਮਪੁੱਤਰ ਨਦੀ ਦੋਵੇਂ ਮਿਲ ਕੇ ਇੱਕ ਡੈਲਟਾ ਬਣਾਉਂਦੀਆਂ ਖਾੜੀ ਦੇ ਵਿੱਚ ਡਿੱਗਣ ਤੋਂ ਪਹਿਲਾਂ। ਠੀਕ ਹੈ। ਬੰਗਲਾਦੇਸ਼ ਵਿੱਚ ਪ੍ਰਵੇਸ਼ ਕਰਦੀ ਬ੍ਰਹਮਪੁੱਤਰ ਨਦੀ ਦੇ ਨਾਲ ਮਿਲਦੀ ਆ ਇਲਾਹਾਬਾਦ ਵਿੱਚ ਜਾ ਕੇ। ਠੀਕ ਆ। ਸਮੁੰਦਰ ਵਿੱਚ ਮਲੀਨ ਹੋਣ ਤੋਂ ਬਾਅਦ ਇਹਦਾ ਨਾਮ ਮੇਘਨਾ ਵਾ। ਇਹ ਸਾਨੂੰ ਦੱਸਦੀ ਆ NCERT। ਇਹ ਸਾਨੂੰ ਕੌਣ ਦੱਸਦੀ ਆ? NCERT। ਕਿ ਜਦੋਂ ਗੰਗਾ ਨਦੀ ਸਮੁੰਦਰ ਦੇ ਵਿੱਚ ਸਮਾ ਜਾਂਦੀ ਆ, ਸਮੁੰਦਰ ਦੇ ਵਿੱਚ ਮਲੀਨ ਹੋ ਜਾਂਦੀ ਆ, ਕੁਝ ਵੀ ਅਲੋਪ ਹੋ ਜਾਂਦੀ, ਜੋ ਮਰਜ਼ੀ ਕਹਿ ਲਓ, ਉਦੋਂ ਇਹਦਾ ਨਾਮ ਕੀ ਪੈ ਜਾਂਦਾ ਵਾ? ਮੇਘਨਾ। ਇਹ ਚੀਜ਼ ਕੌਣ ਕਹਿੰਦੀ ਆ? NCERT ਕਹਿੰਦੀ ਆ। ਤੇ ਗੰਗਾ ਨਦੀ ਦਾ ਡਾਟਾ ਅਜੇ ਕੰਪਲੀਟ ਨਹੀਂ ਹੋਇਆ। ਅੱਗੇ ਚੱਲਦੇ ਆ ਅਗਲੇ ਪੁਆਇੰਟ ਤੇ। ਠੀਕ ਹੈ। ਹੁਣ ਜਿਹੜਾ ਅਗਲਾ ਡਾਟਾ ਨਾ, ਇਹ NCERT ਚ ਦਿੱਤਾ ਵਾ ਗੰਗਾ ਨਦੀ ਦੇ ਬਾਰੇ। ਠੀਕ ਹੈ। ਜਦੋਂ ਅਸੀਂ ਗੱਲ ਕਰਦੇ ਹਾਂ, ਦੇਖੋ ਮੈਂ ਤੁਹਾਨੂੰ ਜਲ ਵਿਭਾਜਕ ਸ਼ੁਰੂ ਚ ਹੀ ਦੱਸ ਕੇ ਗਈ ਨਦੀਆਂ ਦੇ ਬਾਰੇ। ਉਹ ਸ਼ਬਦ ਜਿਹੜੇ ਨਦੀਆਂ ਪੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਹੋਣੇ ਚਾਹੀਦੇ ਆ। ਅੰਬਾਲਾ ਨਗਰ ਗੰਗਾ ਅਤੇ ਸਿੰਧ ਦਾ ਵਿਚਕਾਰਲਾ ਵਿਭਾਜਕ ਖੇਤਰ ਹੈ। ਵਿਭਾਜਕ, ਜਲ ਵਿਭਾਜਕ ਮੈਂ ਤੁਹਾਨੂੰ ਕਰਵਾ ਚੁੱਕੀ, ਤੁਹਾਨੂੰ ਸਮਝ ਲੱਗ ਗਈ ਹੋਊਗੀ। ਅੰਬਾਲਾ ਨਗਰ ਜਿਹੜਾ ਵਾ ਉਹ ਗੰਗਾ ਤੇ ਸਿੰਧ ਨਦੀ ਦਾ ਕੀ ਆ? ਵਿਚਕਾਰਲਾ ਖੇਤਰ ਆ। ਅੰਬਾਲੇ ਤੋਂ ਸੁੰਦਰਬਨ ਡੈਲਟਾ। ਅੱਛਾ, ਇੱਕ ਚੀਜ਼ ਸਮਝਿਓ, ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੋਵੇਂ ਮਿਲ ਕੇ ਜਦੋਂ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਵਾ ਤੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਤੋਂ ਪਹਿਲਾਂ ਇੱਕ ਡੈਲਟੇ ਦਾ ਨਿਰਮਾਣ ਕਰਦੀਆਂ। ਥੰਬਨੇਲ ਤੇ ਫੋਟੋ ਦੇਖ ਕੇ ਆਏ ਹੋ ਨਾ, ਏਦਾਂ ਜੀ, ਆ ਜੀ ਏਦਾਂ ਜੀ ਫੋਟੋ, ਉਹ ਡੈਲਟੇ ਦੀ ਫੋਟੋ ਆ। ਠੀਕ ਹੈ। ਮੈਂ ਇਸੇ ਕਰਕੇ ਲਾਈ ਸੀ। ਠੀਕ ਹੈ। ਅੰਬਾਲੇ ਤੋਂ ਸੁੰਦਰਬਨ ਡੈਲਟੇ ਤੱਕ ਇਹਦੀ ਲੰਬਾਈ ਹੈਗੀ ਆ 1800 ਕਿਲੋਮੀਟਰ। ਕਿਹਦੀ? ਗੰਗਾ ਨਦੀ ਦੀ। ਅੰਬਾਲੇ ਤੋਂ ਲੈ ਕੇ ਸੁੰਦਰਬਨ ਡੈਲਟੇ ਤੱਕ ਗੰਗਾ ਨਦੀ ਦੀ ਲੰਬਾਈ ਕਿੰਨੀ ਆ? 1800 ਕਿਲੋਮੀਟਰ। ਢਾਲ ਵਿੱਚ ਗਿਰਾਵਟ। ਹੁਣ ਢਾਲ ਵਿੱਚ ਗਿਰਾਵਟ ਕਿਉਂ ਆਉਂਦੀ ਆ? ਕਦੀ ਐ ਹੋ ਗਈ, ਕਦੀ ਐ ਹੋ ਗਈ, ਕਦੀ ਐ ਹੋ ਗਈ, ਕਦੀ ਐ ਹੋ ਗਈ। ਢਾਲ ਦੇ ਵਿੱਚ ਗਿਰਾਵਟ ਆ ਗਈ, ਉਦੋਂ ਇਹਦੀ ਲੰਬਾਈ ਕਿੰਨੀ ਰਹਿ ਗਈ? 300 ਮੀਟਰ।
ਵਿਸਰਪ ਸ਼ਬਦ ਦੱਸਿਆ ਨਾ NCERT ਦੇ ਵਿੱਚ, ਆਹ ਵਾਲਾ ਇਹਨੂੰ ਵਿਸਰਪ ਕਹਿੰਦੇ ਆ। ਤੇ ਇਹਦਾ ਵਿਸਰਪ ਬਣਨ ਦਾ ਕਾਰਨ ਕੀ ਆ? ਆਹ ਵਾਲਾ ਢਾਲ ਵਿੱਚ ਗਿਰਾਵਟ ਆਉਣ ਦਾ ਕਾਰਨ ਵਿਸਰਪ ਬਣਨਾ। ਠੀਕ ਆ, ਹੁਣ ਆਵੇ ਲਿਖਿਆ ਕਾਰਨ ਵਿਸਰਪ। ਪੱਛਮੀ ਬੰਗਾਲ ਵਿੱਚ ਫਰਕਾ ਬਿੰਦੂ, ਫਰਕਾ ਪੱਛਮੀ ਬੰਗਾਲ ਦੇ ਵਿੱਚ ਫਰਕਾ ਬਿੰਦੂ ਗੰਗਾ ਡੈਲਟਾ ਦਾ ਉੱਤਰੀ ਭਾਗ ਆ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਗੰਗਾ ਡੈਲਟਾ ਦਾ ਉੱਤਰੀ ਭਾਗ ਜਿਹੜਾ ਕਿਹੜੇ ਬਿੰਦੂ ਤੇ ਆ, ਆਂਸਰ ਆਊਗਾ ਫਰਕਾ ਬਿੰਦੂ ਤੇ। ਹੁਣ ਜਿਹਨੇ ਪੜ੍ਹ ਲਿਆ ਉਹਨੂੰ ਪਤਾ, ਜਿਹਨੇ ਪੜ੍ਹਿਆ ਨਹੀਂ ਉਹਨੇ ਕਹਿਣਾ ਯਾਰ ਪਤਾ ਨਹੀਂ ਪੇਪਰ 'ਚ ਜਿਓਗ੍ਰਾਫੀ ਕਿੱਥੋਂ ਆ ਗਈ। ਠੀਕ ਹੈ, ਪੱਛਮੀ ਬੰਗਾਲ ਵਿੱਚ ਫਰਕਾ ਬਿੰਦੂ ਗੰਗਾ ਡੈਲਟਾ ਦਾ ਉੱਤਰੀ ਭਾਗ ਆ। ਪੱਛਮੀ ਬੰਗਾਲ ਦੇ ਵਿੱਚ ਗੰਗਾ ਨਦੀ ਦੀ ਕਿੰਨੀ ਲੰਬਾਈ ਆ? 520 ਕਿਲੋਮੀਟਰ। ਪੱਛਮੀ ਬੰਗਾਲ ਦੇ ਵਿੱਚ ਗੰਗਾ ਨਦੀ ਦੀ ਕਿੰਨੀ ਲੰਬਾਈ ਆ? 520 ਕਿਲੋਮੀਟਰ। ਠੀਕ ਆ, ਉੱਤਰਾਖੰਡ ਦੇ ਵਿੱਚ, ਅੱਛਾ ਇੱਕ ਚੀਜ਼ ਹੋਰ, ਇੱਕ ਨਾ ਆਪਣੀ ਕਾਮਨ ਸੈਂਸ ਜੀ ਲਗਾਇਓ। ਤੇ ਕਾਮਨ ਸੈਂਸ ਲਗਾਉਣ ਲੱਗਿਆ ਵੀ ਨਾ ਕਈ ਵਾਰੀ ਅਸੀਂ ਆਪਣੀ ਗਲਤੀ ਕਰ ਜਾਂਦੇ। ਗਲਤੀ ਉਹ ਇਹ ਆ, ਐਸਟੀਮੇਟ। ਨਾ ਤਾਂ ਕਦੇ ਜਿਓਗ੍ਰਾਫੀ ਦੇ ਵਿੱਚ ਐਸਟੀਮੇਟ ਲੱਗਣਗੇ, ਨਾ ਹੀ ਕਦੇ ਹਿਸਟਰੀ ਦੇ ਵਿੱਚ, ਨਾ ਹੀ ਪੋਲੀਟੀਕਲ ਦੇ ਵਿੱਚ। SST ਸਬਜੈਕਟ ਐਦਾਂ ਦਾ ਵਾ, ਇਹ ਸਿਰਫ ਸਮਝਣ ਵਾਲਾ ਹੁੰਦਾ ਵਾ। ਤੇ ਜੇਕਰ ਤੁਹਾਨੂੰ ਸਮਝਾਉਣ ਵਾਲਾ ਟੀਚਰ ਮਿਲ ਜੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਮੈਂ ਆਪਣੇ ਮਾਣ ਕਰਦੀ ਹਾਂ ਆਪਣੇ ਕੰਟੈਂਟ ਤੇ, ਨਾ ਕਿ ਆਪਣੇ ਆਪ ਤੇ। ਠੀਕ ਆ, ਹੁਣ ਤੁਸੀਂ ਸੋਚੋਗੇ ਵੀ ਉੱਤਰਾਖੰਡ ਤੋਂ ਜੇਕਰ ਇਹ ਨਿਕਲਦੀ ਆ ਤੇ ਇਹਦੀ ਸਭ ਤੋਂ ਵੱਧ ਲੰਬਾਈ ਵੀ ਉੱਤਰਾਖੰਡ 'ਚ ਹੋਊਗੀ। ਜਦੋਂ ਇਹ ਵਾਲਾ ਐਸਟੀਮੇਟ ਲਾਇਆ ਤੇ ਆਂਸਰ ਤੁਹਾਡਾ ਹੋ ਜਾਊਗਾ ਗਲਤ, ਕਿਉਂਕਿ ਉੱਤਰਾਖੰਡ ਦੇ ਵਿੱਚ ਸਭ ਤੋਂ ਘੱਟ ਵਹਿੰਦੀ ਆ ਸਿਰਫ 110 ਕਿਲੋਮੀਟਰ। ਸਭ ਤੋਂ ਜ਼ਿਆਦਾ ਕਿਹੜੀ ਸਟੇਟ ਦੇ ਵਿੱਚ ਫਲੋ ਕਰਦੀ ਆ ਗੰਗਾ ਨਦੀ? ਯੂਪੀ ਦੇ ਵਿੱਚ। ਉੱਤਰ ਪ੍ਰਦੇਸ਼ ਦੇ ਵਿੱਚ 1450 ਕਿਲੋਮੀਟਰ ਫਲੋ ਕਰਦੀ ਆ ਗੰਗਾ ਨਦੀ। ਬਿਹਾਰ ਦੇ ਵਿੱਚ 445 ਕਿਲੋਮੀਟਰ ਫਲੋ ਕਰਦੀ ਆ। ਹੁਣ ਸਭ ਤੋਂ ਜ਼ਿਆਦਾ ਤੇ ਸਭ ਤੋਂ ਘੱਟ ਧਿਆਨ ਦੇ ਵਿੱਚ ਰੱਖਿਓ, ਕਿਉਂਕਿ ਗੰਗਾ ਨਦੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਭਾਰਤ ਦੀ ਲੰਬੀ ਨਦੀ ਵੀ ਆ, ਪਵਿੱਤਰ ਨਦੀ ਵੀ ਆ, ਇੰਪੋਰਟੈਂਟ ਆ। ਇਹਦੀਆਂ ਚੀਜ਼ਾਂ ਪੁੱਛੀਆਂ ਜਾ ਸਕਦੀਆਂ। ਸੋ ਜੇਕਰ ਪੁੱਛਿਆ ਜਾਵੇ ਵੀ ਕਿਹੜੀ ਸਟੇਟ ਦੇ ਵਿੱਚ ਗੰਗਾ ਨਦੀ ਸਭ ਤੋਂ ਘੱਟ ਫਲੋ ਕਰਦੀ ਆ, ਆਂਸਰ ਆਊਗਾ ਉੱਤਰਾਖੰਡ। ਕਿਹੜੀ ਸਟੇਟ ਦੇ ਵਿੱਚ ਗੰਗਾ ਨਦੀ ਸਭ ਤੋਂ ਜ਼ਿਆਦਾ ਫਲੋ ਕਰਦੀ ਆ, ਆਂਸਰ ਆਊਗਾ ਯੂਪੀ, ਉੱਤਰ ਪ੍ਰਦੇਸ਼। ਠੀਕ ਹੈ, ਨਹੀਂ ਸਭ ਤੋਂ ਹਾਂ ਯੂਪੀ ਹੀ ਆਊਗਾ ਸਭ ਤੋਂ ਜ਼ਿਆਦਾ। ਯੂਪੀ, ਉੱਤਰ ਪ੍ਰਦੇਸ਼ ਦੇ ਵਿੱਚ, ਸਭ ਤੋਂ ਘੱਟ ਉੱਤਰਾਖੰਡ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਹੋ ਗਿਆ ਸਾਰਾ ਫਿਨਿਸ਼। ਹੁਣ ਆਪਾਂ ਜਾਣੇ ਆ, ਇੱਕ ਮਿੰਟ ਮੈਂ ਕੁਝ ਦੇਖ ਲਾਂ। ਹਾਂ, ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਨਾਮ ਨਾਲ ਜਾਣਿਆ ਜਾਂਦਾ ਵਾ। ਠੀਕ ਆ, ਪੁਆਇੰਟ ਨੋਟ ਕਰ ਲਓ। ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਏ। ਠੀਕ ਆ, ਹੁਣ ਆਪਾਂ ਗੱਲ ਕਰਦੇ ਆ, ਇੱਕ ਮਿੰਟ ਮੇਰੀ ਧਿਆਨ ਦੇ ਨਾਲ ਗੱਲ ਸੁਣ ਲਓ। ਗੰਗਾ ਨਦੀ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲ ਚੁੱਕੀ ਸੀ। ਹੁਣ ਇਹਨੂੰ ਕਾਫੀ ਜ਼ਿਆਦਾ ਸਾਫ਼ ਕੀਤਾ ਜਾ ਰਿਹਾ, ਕੰਮ ਚੱਲ ਰਿਹਾ ਜੀ। ਇੰਨੀ ਗੰਦਗੀ ਕਿਉਂ ਫੈਲਦੀ? ਧਿਆਨ ਦੇ ਨਾਲ ਪੁਆਇੰਟ ਨੂੰ ਸਮਝਿਓ। ਜਿਹੜੇ ਸ਼ਹਿਰ ਦੇ ਵਿੱਚ ਕੋਈ ਨਦੀ ਪੈਂਦੀ ਆ ਜਾਂ ਉਸ ਨਦੀ ਦੇ ਕਿਨਾਰੇ ਜਿਹੜੇ ਸ਼ਹਿਰ ਆ, ਜੇਕਰ ਉਸ ਸ਼ਹਿਰ ਦੀ ਆਬਾਦੀ ਜ਼ਿਆਦਾ ਹੋਊਗੀ ਤੇ ਉੱਥੇ ਗੰਦਗੀ ਵੀ ਜ਼ਿਆਦਾ ਫੈਲੂਗੀ। ਹੁਣ ਕਾਰਨ ਪਤਾ ਕੀ ਆ? ਜਦੋਂ ਅਸੀਂ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਆ, ਮੁੰਬਈ ਵਰਗੇ ਏਦਾਂ ਦੇ ਵੱਡੇ ਵੱਡੇ ਸ਼ਹਿਰਾਂ 'ਚ ਅਸੀਂ ਚਲ ਜਾਂਦੇ ਆ, ਉੱਥੇ ਕਿੰਨੇ ਵੱਡੇ ਵੱਡੇ 5 ਸਟਾਰ ਰੈਸਟੋਰੈਂਟ ਹੁੰਦੇ ਆ, ਕਿੰਨੇ ਵੱਡੇ ਵੱਡੇ। ਤੇ ਇੱਕ ਦਿਨ ਦੇ ਵਿੱਚ ਉੱਥੇ ਕਿੰਨੇ ਕਸਟਮਰ ਖਾਣਾ ਖਾਂਦੇ ਆ। ਤੇ ਹੁਣ ਇੱਕ ਚੀਜ਼ ਸਮਝਿਓ, ਜਦੋਂ ਰੈਸਟੋਰੈਂਟ ਵਾਲੇ ਖਾਣਾ ਬਣਾਉਣਗੇ, ਮਤਲਬ ਕਿ ਇੱਕ ਦਿਨ ਦੇ ਵਿੱਚ ਮਾਰਨਿੰਗ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਕਸਟਮਰ ਉਹਨਾਂ ਦੇ ਕੋਲ ਆਉਂਦੇ ਆ, ਉਹਨਾਂ ਕਸਟਮਰਾਂ ਤੋਂ 4 ਗੁਣਾ ਵੱਧ ਖਾਣਾ ਬਣਾਉਣਗੇ। ਇਹਦਾ ਕਾਰਨ ਕੀ ਆ? ਅਗਲਿਆਂ ਦੇ ਕੋਲ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿੰਨੇ ਕਸਟਮਰ ਆਉਣੇ ਉਹਨਾਂ ਨੂੰ ਪਤਾ ਹੁੰਦਾ ਵਾ, ਕਿਉਂਕਿ ਜਿਹੜੇ ਇਸ ਚੀਜ਼ ਦੇ ਵਿੱਚ ਪਏ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਤੋਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇੰਨੇ ਕਸਟਮਰ ਆਉਣੇ ਆ। ਤੇ ਪਰ ਉਹ ਆਪਣੇ ਉਹਨਾਂ ਕਸਟਮਰਾਂ ਤੋਂ 4-5 ਗੁਣਾ ਵੱਧ ਖਾਣਾ ਬਣਾਉਣਗੇ। ਕਾਰਨ ਪਤਾ ਕਿਉਂ? ਮੰਨ ਲਓ ਕਿੰਨੇ ਸਾਰੇ ਕਸਟਮਰ ਬੈਠੇ, ਰੈਸਟੋਰੈਂਟ ਭਰਿਆ, ਕੋਈ ਚੀਜ਼ ਮੁੱਕ ਜੇ, ਹਨਾ। ਆ ਹੁਣ ਨਾ ਲਾਲ ਚਟਨੀ, ਹਰੀ ਚਟਨੀ, ਫਲਾਨੀ ਚਟਨੀ, ਟਿਮਕੜੀ ਚਟਨੀ, 2 ਮੇਰੇ ਵਰਗੀ ਨੇ ਸਮੋਸੇ ਖਾਣੇ ਹੁੰਦੇ ਤੇ 36 ਤਰ੍ਹਾਂ ਦੀ ਚਟਨੀ ਰੱਖੀ ਹੁੰਦੀ, ਹਨਾ। ਤੇ ਭਾਵੇਂ ਕਸਟਮਰ ਦੇ ਵਿੱਚੋਂ ਬਹੁਤ ਘੱਟ ਨੇ ਖਾਣੀ ਹੋਵੇ ਪਰ ਉਹਨਾਂ ਨੇ ਤੇ ਬਣਾਉਣੀ ਆ। ਮਤਲਬ ਇਹ ਵੀ ਜੇ ਉਹਨਾਂ ਦੀ ਚੀਜ਼ ਥੁੜ ਜਾਵੇ, ਘੱਟ ਹੋ ਜੇ, ਹਨਾ,
ਫਿਰ ਤਾਂ ਉਹਨਾਂ ਦਾ ਰੈਸਟੋਰੈਂਟ ਫੇਲ ਹੋ ਜਾਊਗਾ। ਅਗਲੇ ਕਹਿਣਗੇ ਵੀ ਲੈ ਇੰਨੀ ਫੀਸ ਅਗਲੀ ਅਸੀਂ ਆਰਡਰ ਕੀਤਾ ਤੇ ਐਡਾ ਵੱਡਾ ਐਡੇ ਵੱਡੇ ਰੈਸਟੋਰੈਂਟ ਵਾਲੇ ਕਹਿਣ ਵੀ ਸਾਡੇ ਤੋਂ ਇਹ ਚੀਜ਼ ਹੈ ਨਹੀਂ। ਕਦੀ ਰੈਸਟੋਰੈਂਟ ਦੇ ਵਿੱਚ ਇਦਾਂ ਹੋਇਆ ਚੀਜ਼ ਮੁੱਕੀ ਕਦੀ ਤੁਸੀਂ ਦੇਖੀ? ਜੇਕਰ ਤੁਸੀਂ ਰੈਸਟੋਰੈਂਟ ਦੇ ਵਿੱਚ ਕਦੀ ਖਾਣਾ ਖਾਧਾ। ਮੈਂ ਤੁਹਾਨੂੰ ਇਹ ਸਮਝਾਉਣ ਦੀ ਗੱਲ ਕਰ ਰਹੀ ਹਾਂ ਵੀ ਵੱਡੇ ਵੱਡੇ ਰੈਸਟੋਰੈਂਟ ਆ ਜਿਹੜੇ ਵੱਡੇ ਵੱਡੇ ਆਬਾਦੀ ਵਾਲੇ ਸ਼ਹਿਰਾਂ 'ਚ 100 ਗੁਣਾ ਚੀਜ਼ ਵੱਧ ਬਣਾਉਂਦੇ ਆ। ਠੀਕ ਹੈ, ਇਹਦਾ ਕਾਰਨ ਕੀ ਹੈ ਤੁਹਾਨੂੰ ਮੈਂ ਦੱਸਦਾ ਕਿ ਜਿਹੜੀ ਉਹਨਾਂ ਦੀ ਮਿਕਦਾਰ ਹੈਗੀ ਆ ਕਸਟਮਰ ਦੀ ਉਹ ਤੋਂ ਵੱਧ ਖਾਣਾ ਉਹਨਾਂ ਨੂੰ ਬਣਾਉਣਾ ਪੈਂਦਾ। ਜੇ ਥੋੜ੍ਹੇ ਜਿਹੇ ਫਿਰ ਤੇ ਅਗਲਿਆਂ ਦੀ ਬੇਇੱਜ਼ਤੀ ਹੋ ਜੇ, ਫਿਰ ਤੇ ਕੋਈ ਆਵੇ ਨਾ ਉਹਨਾਂ ਕੋਲ ਖਾਣਾ ਖਾਣ, ਫਿਰ ਤਾਂ ਅਗਲਿਆਂ ਦਾ ਰੈਸਟੋਰੈਂਟ ਹੀ ਬੰਦ ਹੋ ਜੇ। ਹਨਾ, ਹੁਣ ਉਹ ਜਿਹੜੀ ਇੰਨੀ ਚੀਜ਼ ਉਹਨਾਂ ਨੇ ਵੱਧ ਬਣਾਈ ਆ ਉਹ ਚੀਜ਼ ਕਿੰਨੇ ਕੁ ਦਿਨ ਤੱਕ ਚੱਲੂਗੀ? ਹਨਾ, ਵੈਸੇ ਕੁਝ ਕੁ ਹੋਟਲਾਂ ਦੇ ਵਿੱਚ ਦਾਲਾਂ ਦੂਲਾਂ ਤੜਕਾ ਲਾ ਕੇ ਚਲਾਈ ਜਾਂਦੇ, ਪਰ ਜੇਕਰ ਆਪਾਂ ਹੋਰ ਫੂਡ ਦੀ ਗੱਲ ਕਰੀਏ, ਜੰਕ ਫੂਡ ਦੀ ਗੱਲ ਕਰੀਏ ਆਪਾਂ, ਹਨਾ, ਤੇ ਉਹ ਸਾਰਾ ਨਦੀਆਂ ਨਾਲਿਆਂ ਦੇ ਵਿੱਚ ਹੁੰਦਾ ਹੋਇਆ ਕਿੱਥੇ ਪਹੁੰਚ ਜਾਂਦਾ ਵਾ? ਗੰਗਾ ਨਦੀ 'ਚ ਪਹੁੰਚ ਜਾਂਦਾ। ਤੇ ਬਹੁਤ ਜ਼ਿਆਦਾ ਗੰਦਗੀ ਗੰਗਾ ਨਦੀ ਦੇ ਵਿੱਚ ਫੈਲ ਚੁੱਕੀ ਸੀ, ਪਰ ਹੁਣ ਇਹਦੀ ਸਫਾਈ ਦਾ ਕੰਮ ਚੱਲ ਰਿਹਾ। ਹੁਣ ਸਾਨੂੰ ਕਿਸੇ ਵੀ ਨਦੀ ਦੀ ਗੰਦਗੀ ਦਾ ਪਤਾ, ਤੁਹਾਨੂੰ ਪਤਾ ਲੱਗ ਗਿਆ ਵੀ ਇਹਦੇ ਪਿੱਛੇ ਕਾਰਨ ਕੀ ਆ। ਠੀਕ ਆ, ਤੇ ਹੁਣ ਆਪਾਂ ਕਿੱਥੇ ਜਾਂਦੇ ਆ? ਗੰਗਾ ਨਦੀ ਦੀਆਂ ਸਹਾਇਕ ਨਦੀਆਂ ਤੇ ਇਹਦੇ ਕਿਨਾਰੇ ਕਿਹੜੇ ਕਿਹੜੇ ਸ਼ਹਿਰ ਵਸੇ ਆ। ਠੀਕ ਆ, ਬਸ ਇਹੀ ਕਾਰਨ ਆ ਕਿ ਹੁਣ ਮੈਂ ਤੁਹਾਨੂੰ ਕਿਹਾ ਕਿ ਗੰਗਾ ਨਦੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਚੁੱਕਾ ਸੀ। ਇਸ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਕੋਈ ਨਾ ਕੋਈ ਪ੍ਰੋਜੈਕਟ ਬਣਾਇਆ ਗਿਆ ਹੋਊਗਾ, ਕੋਈ ਨਾ ਕੋਈ ਪ੍ਰਯੋਜਨਾ ਤਿਆਰ ਕੀਤੀ ਗਈ ਹੋਊਗੀ। ਉਸ ਪ੍ਰਯੋਜਨਾ ਦਾ ਨਾਮ ਆ ਨਾਮ ਗੰਗੇ ਪ੍ਰਯੋਜਨਾ। ਇਹ ਚੀਜ਼ NCERT ਨੇ ਦਿੱਤੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ, ਹਾਈਲਾਈਟ ਕਰਕੇ ਰੱਖ ਲਓ। ਨਾਮ ਗੰਗੇ ਪ੍ਰਯੋਜਨਾ ਕਿਹੜੀ ਨਦੀ ਤੇ ਬਣੀ ਆ? ਗੰਗਾ ਨਦੀ ਤੇ ਬਣੀ ਆ। ਕਾਹਦੇ ਵਾਸਤੇ ਬਣੀ ਆ? ਗੰਗਾ ਨਦੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਵਾਸਤੇ। ਇਹਨੂੰ ਹਾਈਲਾਈਟ ਕਰ ਲਓ। ਉਸ ਤੋਂ ਬਾਅਦ ਆ ਜਾਓ ਇਹਦੀਆਂ ਸਹਾਇਕ ਨਦੀਆਂ। ਸੱਜੇ ਪਾਸੇ ਦੀਆਂ ਸਹਾਇਕ ਨਦੀਆਂ ਹੈਗੀਆਂ ਰਾਮ ਗੰਗਾ, ਗੋਮਤੀ, ਘਾਗਰਾ, ਗੰਡਕ, ਕੋਸੀ, ਪੂਰੀ। ਇਹ ਨਦੀਆਂ ਵਾ ਗੰਗਾ ਨਦੀ ਦੀਆਂ ਸਹਾਇਕ ਨਦੀਆਂ, ਸੱਜੇ ਪਾਸੇ ਵਾਲੀਆਂ। ਉਸ ਤੋਂ ਬਾਅਦ ਖੱਬੇ ਪਾਸੇ ਤੇ ਆ ਜਾਓ। ਖੱਬੇ ਪਾਸੇ ਦੀਆਂ ਜਿਹੜੀਆਂ ਨਦੀਆਂ ਵਾ, ਯਮੁਨਾ ਨਦੀ ਗੰਗਾ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਆ। ਠੀਕ ਹੈ, ਸਭ ਤੋਂ ਵੱਡੀ ਸਹਾਇਕ ਨਦੀ ਆ ਗੰਗਾ ਨਦੀ, ਤੇ ਇਹਨੂੰ ਯਮਨੋਤਰੀ ਵੀ ਕਿਹਾ ਜਾਂਦਾ ਜੇ। ਇਹਨੂੰ ਯਮਨੋਤਰੀ ਵੀ ਕਿਹਾ ਜਾਂਦਾ ਵਾ। ਇਹ ਪੁਆਇੰਟ ਨੋਟ ਕਰਦੇ ਜਾਓ। ਠੀਕ ਆ, ਠੀਕ ਹੈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਦੂਜੀ ਵੱਡੀ ਸਹਾਇਕ ਨਦੀ ਆ। ਠੀਕ ਹੈ, ਦੂਜੀ, ਪਹਿਲੀ ਨਹੀਂ ਦੂਜੀ। ਠੀਕ ਆ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਦੂਜੀ ਵੱਡੀ ਸਹਾਇਕ ਨਦੀ ਆ। ਠੀਕ ਆ, ਸਭ ਤੋਂ ਵੱਡੀ ਨਹੀਂ, ਦੂਜੀ ਵੱਡੀ ਸਹਾਇਕ ਨਦੀ। ਠੀਕ ਆ, ਹੁਣ ਗੰਗਾ ਤੋਂ ਬਾਅਦ ਸੋਨ, ਕੇਨ, ਬੇਤਵਾ, ਚੰਬਲ ਨੂੰ ਚੰਬਾ ਵੀ ਕਹਿੰਦੇ ਆ, ਇਹ ਗੰਗਾ ਨਦੀ ਦੀਆਂ ਖੱਬੇ ਪਾਸੇ ਦੀਆਂ ਸਹਾਇਕ ਨਦੀਆਂ। ਹੁਣ ਆ ਜਾਓ ਜਿਹੜੀ ਸਾਡੀ ਹੈਗੀ ਆ ਨਾ, ਇਹਦੇ ਵਿੱਚੋਂ ਗੰਗਾ ਨਦੀ, ਜਿੱਦਾਂ ਹੁਣ ਮੈਂ ਤੁਹਾਨੂੰ ਸਿੰਧ ਨਦੀ ਦੀਆਂ ਸਹਾਇਕ ਨਦੀਆਂ ਦੱਸੀਆਂ ਸੀ, ਉਸੇ ਤਰ੍ਹਾਂ ਗੰਗਾ ਨਦੀ ਦੀਆਂ ਕਿਹੜੀਆਂ ਕਿਹੜੀਆਂ ਸਹਾਇਕ ਨਦੀਆਂ ਇੰਪੋਰਟੈਂਟ ਆ? ਗੰਡਕ ਇੰਪੋਰਟੈਂਟ ਆ, ਕੋਸੀ ਇੰਪੋਰਟੈਂਟ ਆ, ਯਮੁਨਾ ਇੰਪੋਰਟੈਂਟ ਆ, ਬੇਤਵਾ ਇੰਪੋਰਟੈਂਟ ਆ, ਤੇ ਚੰਬਲ। ਇਹ ਉਹ ਨਦੀਆਂ ਨੇ ਗੰਗਾ ਨਦੀ ਦੀਆਂ ਸਹਾਇਕ ਨਦੀਆਂ ਜਿਹੜੀਆਂ ਇੰਪੋਰਟੈਂਟ ਨੇ। ਉਸ ਤੋਂ ਬਾਅਦ ਆ ਜਾਓ ਗੰਗਾ ਨਦੀ ਦੇ ਕਿਨਾਰੇ ਵਸੇ ਸ਼ਹਿਰ। 1 2 3 4 5 6 7 8 9 10, ਤਕਰੀਬਨ 10 ਸ਼ਹਿਰ ਗੰਗਾ ਨਦੀ ਦੇ ਕਿਨਾਰੇ ਵਸੇ ਹੋਏ ਪਏ ਆ। ਉਹ ਵੀ ਵੱਡੇ ਵੱਡੇ ਸ਼ਹਿਰ। ਤੇ ਫਿਰ ਗੰਦਗੀ ਕਿਉਂ ਨਾ ਹੋਊਗੀ? ਬਿਲਕੁਲ ਹੋਊਗੀ। ਹਰਿਦੁਆਰ, ਮੈਨੂੰ ਨਾ ਹਰਿਦੁਆਰ ਤੋਂ ਚੇਤਾ ਆ ਗਿਆ। ਇਹ ਨਾ ਮੇਰੇ ਦਾਦਾ ਜੀ ਜਦੋਂ ਜਿਉਂਦੇ ਹੁੰਦੇ ਸੀ ਨਾ, ਵੈਸੇ ਮੇਰੇ ਬਰਥ ਤੋਂ ਪਹਿਲਾਂ ਹੀ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ। ਮੇਰਾ ਉਦੋਂ ਬਰਥ ਵੀ ਨਹੀਂ ਸੀ ਹੋਇਆ। ਮੇਰੇ ਦਾਦਾ ਜੀ, ਮਤਲਬ ਮੇਰੇ ਡੈਡੀ, ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਜਦੋਂ ਮੇਰੀ ਡੈਥ ਹੋਈ ਤੇ ਮੇਰੇ ਫੁੱਲ ਜਿਹੜੇ ਆ ਤੁਸੀਂ ਹਰਿਦੁਆਰ ਪਾਉਣੇ ਆ। ਹਨਾ, ਹਰਿਦੁਆਰ ਮਤਲਬ ਗੰਗਾ ਨਦੀ 'ਚ ਪਾਉਣੇ ਆ ਮੇਰੇ ਫੁੱਲ। ਹਨਾ, ਤੇ ਫਿਰ ਜਦੋਂ ਮੇਰੇ ਦਾਦਾ ਜੀ ਦੀ ਡੈਥ ਹੋਈ ਤੇ ਮੇਰੇ ਦਾਦਾ ਜੀ ਦੇ ਜਿਹੜੇ ਫੁੱਲ ਸੀ ਉਹ ਅਸੀਂ ਗੰਗਾ ਨਦੀ 'ਚ ਪਾ ਕੇ ਆਏ ਸੀ। ਤੇ ਇਸ ਕਰਕੇ ਹਰਿਦੁਆਰ ਤੋਂ ਮੈਨੂੰ ਚੇਤਾ ਆ ਗਿਆ। ਮੇਰੇ ਦਾਦਾ ਜੀ ਬਹੁਤ ਜ਼ਿਆਦਾ ਹਰਿਦੁਆਰ ਜਾਂਦੇ ਹੁੰਦੇ ਸੀ, ਤੇ ਉੱਥੇ ਜਾ ਕੇ ਉਹਨਾਂ ਨੇ ਕੋਈ ਸੁੱਖਣਾ ਸੁੱਖੀ ਕਿ ਜਦੋਂ ਮੇਰੀ ਮੌਤ ਹੋਈ ਮੈਂ ਆਪਣੇ ਫੁੱਲ ਵੀ ਜਿਹੜੇ ਇੱਥੇ ਪਾਉਣੇ ਆ। ਤੇ ਉੱਥੇ ਫਿਰ ਮਤਲਬ ਕਿ ਭੋਗ ਤੋਂ ਬਾਅਦ ਰੱਖ ਛੱਡੇ ਸੀ, ਤੇ ਭੋਗ ਤੋਂ ਬਾਅਦ ਜਿਹੜੇ ਸੀ ਪਾ ਕੇ ਆਏ ਸੀ। ਠੀਕ ਆ, ਤੇ ਹਰਿਦੁਆਰ ਜਿਹੜਾ ਵਾ ਗੰਗਾ ਨਦੀ ਦੇ ਕਿਨਾਰੇ ਵਸਿਆ ਸ਼ਹਿਰ ਆ। ਮਥੁਰਾ, ਕਾਨਪੁਰ, ਇਲਾਹਾਬਾਦ, ਰਿਸ਼ੀਕੇਸ਼, ਵਰਿੰਦਾਵਨ, ਵਾਰਾਣਸੀ, ਲਖਨਊ, ਪਟਨਾ ਸਾਹਿਬਗੰਜ, ਇਹ ਉਹ ਵਾਲੇ ਸ਼ਹਿਰ ਨੇ ਜਿਹੜੇ ਗੰਗਾ ਨਦੀ ਦੇ ਕਿਨਾਰੇ ਵਸੇ ਹੋਏ ਨੇ।
ਹੁਣ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚੋਂ ਇਹ ਯਾਦ ਰੱਖਣਾ ਵਾ ਕਿ ਗੰਗਾ ਨਦੀ ਦੇ ਕਿਨਾਰੇ ਸਭ ਤੋਂ ਵੱਡਾ ਸ਼ਹਿਰ ਕਿਹੜਾ ਆ, ਤੇ ਇਹਦਾ ਆਨਸਰ ਤੁਹਾਡਾ ਆਉਣਾ ਚਾਹੀਦਾ ਏ ਕਾਨਪੁਰ। ਕਾਨਪੁਰ ਗੰਗਾ ਕਿਨਾਰੇ ਤੇ ਵਸਿਆ, ਗੰਗਾ ਨਦੀ ਦੇ ਕਿਨਾਰੇ ਤੇ ਵਸਿਆ ਸਭ ਤੋਂ ਵੱਡਾ ਸ਼ਹਿਰ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਹੁਣ ਆਪਾਂ ਥੋੜੀ ਜੀ ਇਹਦੀਆਂ ਸਹਾਇਕ ਨਦੀਆਂ ਦੀ ਗੱਲ ਕਰ ਲੈਂਦੇ ਆ, ਗੰਗਾ ਦੀਆਂ ਸਹਾਇਕ ਨਦੀਆਂ ਦੀ। ਅੱਛਾ ਬਈ ਐ ਕਰੋ, ਆ ਦੇਖੋ ਗੰਗਾ ਨਦੀਆਂ ਦੀਆਂ ਦਾ ਇਹਨਾਂ ਨੇ ਇੱਕ ਡੱਬਾ ਬਣਾ ਕੇ ਸਹਾਇਕ ਨਦੀਆਂ ਦੱਸੀਆਂ। ਗੰਗਾ ਨਦੀ ਦੀਆਂ ਸਹਾਇਕ ਨਦੀਆਂ ਸ਼ੁਰੂਆਤੀ ਸਥਾਨ ਕਿੱਥੋਂ ਨਿਕਲਦੀਆਂ ਵਾ ਤੇ ਇਹਨਾਂ ਦੀ ਲੰਬਾਈ ਕਿੰਨੀ ਆ। ਐ ਕਰਦੀ ਆ ਵੀ ਇਹ ਜਿਹੜੀਆਂ ਸਹਾਇਕ ਨਦੀਆਂ ਵਾ ਨਾ, ਸਿਰਫ ਜਿੱਦਾਂ ਮੈਂ ਤੁਹਾਨੂੰ ਸਿੰਧ ਨਦੀ ਦਾ ਥੋੜਾ ਇੰਪੋਰਟੈਂਟ ਸੀ ਜ਼ਿਆਦਾ ਸਹਾਇਕ ਨਦੀਆਂ ਬਾਰੇ, ਠੀਕ ਆ, ਮੈਂ ਦੱਸਤਾ। ਪਰ ਜਦੋਂ ਅਸੀਂ ਗੱਲ ਕਰਦੇ ਆ ਨਾ ਗੰਗਾ ਨਦੀ ਦੀਆਂ ਸਹਾਇਕ ਨਦੀਆਂ ਦੀ, ਤੇ ਇਹਨਾਂ ਨੇ ਆਲਰੇਡੀ ਡੱਬਾ ਬਣਾ ਕੇ ਬਹੁਤ ਸੋਹਣਾ ਦੱਸਿਆ। ਇਹਦੀ ਮੈਂ ਤੁਹਾਨੂੰ PDF, ਕਿਉਂਕਿ ਇਹਦੇ ਵਿੱਚ ਸਮਝਾਉਣ ਵਾਲੀ ਤਾਂ ਕੋਈ ਚੀਜ਼ ਹੈ ਨਹੀਂ, ਠੀਕ ਆ, ਤੇ ਇਹਦੀ PDF ਮੈਂ ਤੁਹਾਨੂੰ ਟੈਲੀਗ੍ਰਾਮ ਤੇ ਦੇ ਦੂੰਗੀ। ਇਹਨੂੰ ਤੁਸੀਂ ਅੱਖਾਂ ਥਾਣੀ ਮਾੜਾ ਜਿਹਾ ਟੈਲੀ ਕਰ ਲੈਣਾ, ਅੱਖਾਂ ਥਾਣੀ ਕੱਢ ਲੈਣਾ, ਠੀਕ ਹੈ। ਤੇ ਆਪਾਂ ਬ੍ਰਹਮਪੁੱਤਰ ਨਦੀ ਤੇ ਚੱਲਦੇ ਆ, ਠੀਕ ਆ। ਵੇਖ ਜੇਕਰ ਤੁਹਾਨੂੰ ਜ਼ਿਆਦਾ ਸਹਾਇਕ ਨਦੀਆਂ ਇੰਪੋਰਟੈਂਟ ਆ ਤੇ ਉਹ ਆਪਣੀ ਸਿੰਧ ਨਦੀ ਦੀਆਂ ਵਾ, ਪਰ ਇਹਨਾਂ ਨੂੰ ਤੁਸੀਂ ਮੈਂ PDF ਭੇਜ ਦੂੰਗੀ। ਇਹਦੀਆਂ ਤੁਸੀਂ ਇੱਕ ਇਦਾਂ ਹੀ ਸਾਰਨੀ ਜੀ ਬਣਾਈ ਉਹਨਾਂ ਨੇ ਬਹੁਤ ਸੋਹਣੀ, ਇਹ ਮੈਂ ਤੁਹਾਨੂੰ PDF ਦੇ ਦੂੰਗੀ, ਤੁਸੀਂ ਉੱਥੋਂ ਪੜ੍ਹ ਲਿਓ। ਤੇ ਆਪਾਂ ਅੱਗੇ ਜਾਂਦੇ ਆ ਆਪਣੀ ਬ੍ਰਹਮਪੁੱਤਰ ਨਦੀ ਤੇ। ਬ੍ਰਹਮਪੁੱਤਰ ਤੇ ਆ ਜਾਓ। ਬ੍ਰਹਮਪੁੱਤਰ ਨਦੀ ਤਿੱਬਤ ਵਿੱਚ ਕੈਲਾਸ਼ ਪਰਬਤ ਦੀ ਲੜੀ, ਜਿਹੜੀ ਕੈਲਾਸ਼ ਪਰਬਤ ਲੜੀ ਆ ਉੱਥੋਂ ਆਂਗ ਸੀ, ਮਤਲਬ ਇੱਕ ਗਲੇਸ਼ੀਅਰ ਤੋਂ ਨਿਕਲਦੀ ਆ। ਉਸ ਗਲੇਸ਼ੀਅਰ ਦਾ ਨਾਮ ਦੋ ਤਰ੍ਹਾਂ ਦਾ ਮਿਲਦਾ। ਜਦੋਂ ਅਸੀਂ ਆਪਣੀ ਪੰਜਾਬ ਬੋਰਡ ਦੀ ਬੁੱਕ ਦੀ ਗੱਲ ਕਰਦੇ ਆ, ਆਂਗ ਸੀ ਗਲੇਸ਼ੀਅਰ ਦਾ ਨਾਮ ਆ, ਐੜੇ ਦੇ ਨਾਲ ਉੱਪਰ ਬਿੰਦੀ ਲਾ ਕੇ ਆਂਗ ਸੀ ਗਲੇਸ਼ੀਅਰ। ਪਰ ਜਿਹੜੀਆਂ ਹੁਣ ਨਵੀਂ ਜੀਓਗ੍ਰਾਫੀ ਆ ਰਹੀ ਨਾ, ਅਪਡੇਟ ਹੋ ਕੇ ਨਵੀਂ ਜੀਓਗ੍ਰਾਫੀ ਦੀਆਂ ਕਿਤਾਬਾਂ, ਉਹਦੇ ਵਿੱਚ ਚਿਮਾਂਗਦੁਮ ਗਲੇਸ਼ੀਅਰ ਦਾ ਨਾਮ ਆਉਂਦਾ। ਦੋਵੇਂ ਤਰੀਕੇ ਦੇ ਨਾਲ ਯਾਦ ਰੱਖੋ। ਮੈਂ ਇਸੇ ਕਰਕੇ ਕਿਹਾ ਸੀ ਵੀ ਇੱਥੇ ਲਿਖੀ ਜਾਓ ਕਲਾਸ ਦੇ ਵਿੱਚ, ਕਿਉਂਕਿ ਇੱਥੇ ਡਾਟਾ ਐਨਾਲਿਸਿਸ ਕਰਕੇ ਹੋ ਰਿਹਾ। ਉੱਥੇ ਫਿਰ ਮੈਂ NCERT ਦੀ PDF ਅਲੱਗ ਭੇਜੂੰਗੀ ਤੇ SCERT ਦੀ ਅਲੱਗ ਭੇਜੂੰਗੀ, ਫਿਰ ਉੱਥੇ ਤੁਹਾਨੂੰ ਜਿਹੜਾ ਵਾ ਲਿਖਣਾ ਮੁਸ਼ਕਲ ਹੋ ਜਾਊਗਾ। ਸੋ ਆਂਗ ਸੀ ਚਿਮਾਂਗਦੁਮ ਗਲੇਸ਼ੀਅਰ ਤੋਂ ਨਿਕਲਦੀ ਆ। ਮਰੀਅਮ ਲਾਦਰਾ ਬ੍ਰਹਮਪੁੱਤਰ ਤੇ ਸਤਲੁਜ ਦੇ ਸ਼ੁਰੂਆਤੀ ਸਥਾਨਾਂ ਨੂੰ ਅਲੱਗ ਕਰਦਾ ਹੈ। ਮਰੀਅਮ ਤੇ ਲਾਦਰਾ ਜਗ੍ਹਾ ਦਾ ਨਾਮ ਆ। ਬ੍ਰਹਮਪੁੱਤਰ ਤੇ ਸਤਲੁਜ ਦੇ ਜਿਹੜੇ ਸ਼ੁਰੂਆਤੀ ਜਿੱਥੋਂ ਸ਼ੁਰੂ ਹੁੰਦੀਆਂ ਉਹਨਾਂ ਨੂੰ ਅਲੱਗ ਕਰ ਦਿੰਦਾ। ਉਹ ਹੈਗੇ ਆ ਕਿਹੜੇ? ਮਰੀਅਮ ਤੇ ਲਾਦਰਾ। ਹੁਣ ਲੰਬਾਈ ਦੇ ਬਾਰੇ ਬਹੁਤ ਜ਼ਿਆਦਾ ਕਨਫਿਊਜ਼ਨ ਚੱਲਦੀ ਆ। ਪਤਾ ਕਿਉਂ? ਕਿਉਂਕਿ ਜਦੋਂ ਅਸੀਂ ਬ੍ਰਹਮਪੁੱਤਰ ਨਦੀ ਦੀ ਲੰਬਾਈ ਦੀ ਗੱਲ ਕਰਦੇ ਆ ਹਨਾ, ਤੇ ਬ੍ਰਹਮਪੁੱਤਰ ਨਦੀ ਜਿਹੜੀ ਆ ਨਾ, ਇਹਦੀ ਜਿਹੜੀ ਲੰਬਾਈ ਆ ਉਹ ਸਾਨੂੰ ਪੰਜਾਬ ਬੋਰਡ ਦੀ ਬੁੱਕ ਤੇ ਮਿਲਦੀ ਆ 2900 ਕਿਲੋਮੀਟਰ। ਪਰ ਅਪਡੇਟ ਹੋ ਕੇ ਨਵੀਂ ਜੀਓਗ੍ਰਾਫੀ ਜਿਹੜੀ ਆ ਰਹੀ ਆ, ਉੱਥੇ ਬ੍ਰਹਮਪੁੱਤਰ ਨਦੀ ਦੀ ਲੰਬਾਈ ਜਿਹੜੀ ਆ 3969 ਜਿਹੜੀ ਆ ਉਹ ਸਾਨੂੰ ਮਿਲਦੀ ਆ। ਦੋਵੇਂ ਤਰੀਕੇ ਦੇ ਨਾਲ ਤੁਸੀਂ ਲਿਖ ਲਓ। ਆਪਣੇ ਆਰੰਭਿਕ ਸਥਾਨ ਨਾਮਚਾ ਬਰਵਾ, ਠੀਕ ਹੈ, ਨਾਮ ਇਹਦਾ ਆਰੰਭਿਕ ਸਥਾਨ ਨਾਮਚਾ ਬਰਵਾ ਤੋਂ 7756 ਮੀਟਰ ਪਾਰ ਹੋ ਕੇ ਅਚਾਨਕ ਦੱਖਣ ਦਿਸ਼ਾ ਵੱਲ ਜਦੋਂ ਮੁੜਦੀ ਆ। ਕਿੱਦਾਂ? ਸਮਝਿਓ ਧਿਆਨ ਦੇ ਨਾਲ। ਜਿਹਦਾ ਬ੍ਰਹਮਪੁੱਤਰ ਦਾ ਆਰੰਭਿਕ ਸਥਾਨ ਦਾ ਨਾਮ ਕੀ ਹੈ? ਨਾਮਚਾ ਬਰਵਾ। 7756 ਮੀਟਰ ਪਾਰ ਹੁੰਦੀ ਇੱਥੋਂ ਤੇ ਦੱਖਣ ਦਿਸ਼ਾ ਵੱਲ ਮੁੜਦੀ ਆ। ਜਦੋਂ ਦੱਖਣ ਦਿਸ਼ਾ ਵੱਲ ਮੁੜਦੀ ਆ, ਇਹਦਾ ਮੋੜ ਕਿਹੜਾ ਬਣਦਾ ਵਾ? U ਸ਼ੇਪ ਦਾ ਮੋੜ ਬਣਦਾ ਵਾ। ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹ ਚੀਜ਼ NCERT ਦੇ ਵਿੱਚ ਲਿਖੀ ਆ। U ਅੱਖਰ ਦਾ ਮੋੜ ਬਣਦਾ ਇਹਦਾ, ਤੇ U ਅੱਖਰ ਦਾ ਮੋੜ ਬਣਨ ਤੋਂ ਬਾਅਦ ਇਹ ਕਿੱਥੇ ਪ੍ਰਵੇਸ਼ ਕਰਦੀ ਆ? ਅਰੁਣਾਚਲ ਪ੍ਰਦੇਸ਼ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਆ। ਆਹ ਲਾਈਨ ਨੂੰ ਹਾਈਲਾਈਟ ਕਰ ਲਓ, ਬਹੁਤ ਜ਼ਿਆਦਾ ਇੰਪੋਰਟੈਂਟ ਆ ਬ੍ਰਹਮਪੁੱਤਰ ਨਦੀ ਦੇ ਬਾਰੇ। U ਅੱਖਰ ਦਾ ਮੋੜ ਬਣਾ ਕੇ ਨਾਮਚਾ ਮਾਚਾ ਬਰਵਾ ਤੋਂ 7756 ਮੀਟਰ ਪਾਰ ਹੋ ਕੇ U ਸ਼ੇਪ ਦਾ ਮੋੜ ਬਣਾ ਕੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਐਂਟਰ ਕਰ ਜਾਂਦੀ ਆ। ਅਸਾਮ ਦੇ ਵਿੱਚ ਬ੍ਰਹਮਪੁੱਤਰ ਨਦੀ ਦਾ ਨਾਮ ਦਿਹਾਂਗ ਆ। ਅਸਾਮ ਦੇ ਵਿੱਚ ਬ੍ਰਹਮਪੁੱਤਰ ਨਦੀ ਦਾ ਨਾਮ ਕੀ ਆ? ਦਿਹਾਂਗ ਆ। ਲਾਈਵ ਚੈਟ ਦੇ ਵਿੱਚ ਰੁਕਿਆ ਨਾ ਕਰੋ, ਐਕਟਿਵ ਰਿਹਾ ਕਰੋ, ਫਾਸਟ ਕੁਇਕਲੀ ਸਰਬ ਸੋਸ਼ਲ ਸਟੱਡੀ ਲਿਖੀ ਜਾਇਆ ਕਰੋ, ਠੀਕ ਆ। ਬੰਗਲਾਦੇਸ਼ ਵਿੱਚ ਯਮੁਨਾ। ਕਈ ਬੱਚੇ ਨਾ ਯਈਏ ਵਾਲੀ ਜਮਨਾ ਤੇ ਜਿੱਜੇ ਵਾਲੀ ਜਮਨਾ ਦੇ ਵਿੱਚ ਕਨਫਿਊਜ਼ ਹੁੰਦੇ ਆ। ਕਲਾਸ ਬਹੁਤ ਜ਼ਿਆਦਾ ਜ਼ਬਰਦਸਤ ਆ।
ਕਿ ਆਹ ਵਾਲੀਆਂ ਨਦੀਆਂ ਨੂੰ ਤੁਸੀਂ ਅੱਜ ਤੱਕ ਇੱਕ ਹੀ ਸਮਝਦੇ ਆਏ ਹੋ? ਨਹੀਂ, ਇਹ ਅਲੱਗ-ਅਲੱਗ ਨਦੀਆਂ। ਜਿਹੜੀ ਜਈਏ ਵਾਲੀ ਨਦੀ ਹੀ, ਜਈਏ ਵਾਲੀ ਜਿਹੜੀ ਯਮੁਨਾ ਹੀ ਜੱਜੇ ਦੇ ਨਾਲ, ਹਨਾ, ਜਈਏ ਵਾਲੀ ਯਮੁਨਾ, ਉਹ ਕਿਹਦੀ ਸੀ? ਗੰਗਾ ਨਦੀ ਦੀ ਸਹਾਇਕ ਨਦੀ ਸੀ। ਪਰ ਜਿੱਜੇ ਵਾਲੀ ਯਮੁਨਾ ਬੰਗਲਾਦੇਸ਼ ਦੇ ਵਿੱਚ ਬ੍ਰਹਮਪੁੱਤਰ ਦਾ ਨਾਮ ਯਮੁਨਾ ਵਾ। ਠੀਕ ਆ, ਸਮਝੋ ਧਿਆਨ ਦੇ ਨਾਲ। ਜਈਏ ਵਾਲੀ ਯਮੁਨਾ ਤੇ ਜਿੱਜੇ ਵਾਲੀ ਦੇ ਵਿੱਚ ਫਰਕ ਆ। ਜਈਏ ਵਾਲੀ ਯਮੁਨਾ ਗੰਗਾ ਨਦੀ ਦੀ ਸਹਾਇਕ ਨਦੀ ਆ, ਗੰਗਾ ਦੀ ਸਭ ਤੋਂ ਵੱਡੀ ਸਹਾਇਕ ਨਦੀ। ਠੀਕ ਆ, ਤੇ ਆਪਾਂ ਜਦੋਂ ਜਿੱਜੇ ਵਾਲੀ ਯਮੁਨਾ ਦੀ ਗੱਲ ਕਰਦੇ ਆ ਤਾਂ ਬੰਗਲਾਦੇਸ਼ ਦੇ ਵਿੱਚ ਬ੍ਰਹਮਪੁੱਤਰ ਨਦੀ ਦਾ ਨਾਮ ਕੀ ਹੈ? ਯਮੁਨਾ ਵਾ। ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਦਾ ਨਾਮ ਕੀ ਸੀ? ਇਹ ਵੀ ਜਲਦੀ ਕਮੈਂਟ ਕਰਕੇ ਦੱਸੋ। ਠੀਕ ਆ, ਹੁਣ ਆਪਾਂ ਜਾਣਦੇ ਆ ਇਹਦੀ ਅਗਲੀ ਜਾਣਕਾਰੀ ਤੇ। ਬ੍ਰਹਮਪੁੱਤਰ ਬਾਰੇ ਅਗਲਾ ਡਾਟਾ ਵੀ ਨੋਟ ਕਰ ਲਓ। ਭਾਰਤ ਵਿੱਚ ਬ੍ਰਹਮਪੁੱਤਰ ਨੂੰ ਅਸੀਂ ਬ੍ਰਹਮਪੁੱਤਰ ਦੇ ਨਾਮ ਨਾਲ ਹੀ ਜਾਣਦੇ ਆ। ਤਿੱਬਤ ਵਿੱਚ ਇਹਦਾ ਨਾਮ ਸਾਂਗਪੋ ਆ, ਕਿਉਂਕਿ ਨਿਕਲਦੀ ਕਿੱਥੋਂ ਆ? ਇਹ ਤਿੱਬਤ ਤੋਂ ਨਿਕਲਦੀ ਆ। ਇੱਕ ਚੀਜ਼ ਹੋਰ, ਤਿੱਬਤ ਜਿਹੜਾ ਇਲਾਕਾ ਵਾ ਨਾ, ਇਹ ਖੁਸ਼ਕ ਇਲਾਕਾ ਵਾ। ਜਦੋਂ ਤਿੱਬਤ ਦੇ ਵਿੱਚੋਂ ਨਿਕਲਦੀ ਆ ਬ੍ਰਹਮਪੁੱਤਰ ਨਦੀ, ਇਹਦੇ ਵਿੱਚ ਪਾਣੀ ਦਾ ਫਲੋ ਘੱਟ ਹੁੰਦਾ ਵਾ। ਇਹਦਾ ਕਾਰਨ ਇਹ ਆ ਕਿ ਇਹ ਖੁਸ਼ਕ ਖੇਤਰ ਤੋਂ ਨਿਕਲ ਰਹੀ ਆ। ਪਾਣੀ ਇਹਦਾ ਘੱਟ ਆ। ਜਿਉਂ ਇਹ ਉੱਚੇ ਖੇਤਰਾਂ ਵੱਲ ਜਾਂਦੀ ਜਾਊਗੀ, ਇਹਦਾ ਪਾਣੀ ਦਾ ਪੱਧਰ ਕੀ ਹੁੰਦਾ ਜਾਊਗਾ? ਪਾਣੀ ਦਾ ਪੱਧਰ ਇਹਦਾ ਵੱਧਦਾ ਜਾਊਗਾ। ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਿਓ। ਭਾਰਤ ਵਿੱਚ ਬ੍ਰਹਮਪੁੱਤਰ, ਤਿੱਬਤ ਦੇ ਵਿੱਚ ਸਾਂਗਪੋ, ਚੀਨ ਦੇ ਵਿੱਚ ਯਾਰਲੁੰਗ। ਬ੍ਰਹਮਪੁੱਤਰ ਨਦੀ ਨੂੰ ਚੀਨ ਦੇ ਵਿੱਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਵਾ? ਯਾਰਲੁੰਗ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਬੰਗਲਾਦੇਸ਼ ਦੇ ਵਿੱਚ ਯਮੁਨਾ ਇਹਦਾ ਨਾਮ ਆ। ਜਿਹੜੀ ਜਈਏ ਵਾਲੀ ਯਮੁਨਾ ਵਾ ਉਹ ਗੰਗਾ ਦੀ ਸਹਾਇਕ ਨਦੀ ਆ। ਠੀਕ ਆ, ਤੇ ਜਿੱਜੇ ਵਾਲੀ ਯਮੁਨਾ ਬ੍ਰਹਮਪੁੱਤਰ ਨਦੀ ਦਾ ਬੰਗਲਾਦੇਸ਼ ਦੇ ਵਿੱਚ ਨਾਮ ਆ। ਅਸਾਮ ਵਿੱਚ ਇਹਨੂੰ ਦਿਹਾਂਗ ਦੇ ਨਾਮ ਨਾਲ ਜਾਣਿਆ ਜਾਂਦਾ। ਤੇ ਹਾਈਲਾਈਟ ਪੁਆਇੰਟ ਬ੍ਰਹਮਪੁੱਤਰ ਨਦੀ ਦਾ, ਬ੍ਰਹਮਪੁੱਤਰ ਨਦੀ ਪੂਰੀ ਦੁਨੀਆ ਦਾ, ਵਿਸ਼ਵ ਦਾ ਸਭ ਤੋਂ ਵੱਡਾ ਦੀਪ ਬਣਾਉਂਦੀ ਆ। ਉਹ ਦੀਪ ਕਿੱਥੇ ਬਣਦਾ ਵਾ? ਭਾਰਤ ਦੇ ਵਿੱਚ ਬਣਦਾ ਵਾ। ਦੁਨੀਆ ਦਾ ਸਭ ਤੋਂ ਵੱਡਾ ਆਈਲੈਂਡ ਦੀਪ ਮਾਂਜੁਲੀ ਦੀਪ। ਦੀਪ ਦਾ ਨਾਮ ਕੀ ਆ? ਮਾਂਜੁਲੀ ਦੀਪ ਬਣਾਉਂਦੀ ਆ। ਠੀਕ ਆ, ਇਹ ਦੀਪ ਕਿੱਥੇ ਬਣਦਾ ਵਾ? ਭਾਰਤ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਭਾਰਤ ਦੀ ਅਰੁਣਾਚਲ ਪ੍ਰਦੇਸ਼ ਸਟੇਟ ਦੇ ਵਿੱਚ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਬ੍ਰਹਮਪੁੱਤਰ ਨਦੀ ਭਾਰਤ ਦੀ ਕਿਹੜੀ ਸਟੇਟ ਵਿੱਚ ਐਂਟਰ ਕਰਦੀ, ਜਾਂ ਭਾਰਤ ਵਿੱਚ ਕਿਹੜੀ ਸਟੇਟ ਰਾਹੀਂ ਐਂਟਰ ਹੁੰਦੀ ਆ? ਅਰੁਣਾਚਲ ਪ੍ਰਦੇਸ਼ ਰਾਹੀਂ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਯੂ ਸ਼ੇਪ ਦਾ ਮੋੜ ਬਣਾਉਂਦੀ ਆ, ਫਿਰ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਐਂਟਰ ਕਰ ਜਾਂਦੀ ਆ। ਠੀਕ ਆ, ਤੇ ਇਹ ਭਾਰਤ ਦਾ ਸਭ ਤੋਂ ਵੱਡਾ, ਭਾਰਤ ਦਾ ਨਹੀਂ, ਦੁਨੀਆ ਦਾ ਸਭ ਤੋਂ ਵੱਡਾ ਆਈਲੈਂਡ ਬਣਾਉਂਦੀ ਆ। ਮਾਂਜੁਲੀ ਦੀਪ ਬਣਾਉਂਦੀ ਆ। ਇਹ ਕਿੱਥੇ ਬਣਦਾ? ਭਾਰਤ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬਣਦਾ। ਬਸ ਇਹ ਪੁਆਇੰਟ ਸੀ ਬ੍ਰਹਮਪੁੱਤਰ ਨਦੀ ਦੇ ਬਾਰੇ ਸਾਰੇ ਦੇ ਸਾਰੇ। ਹੁਣ ਤੁਸੀਂ ਕੀ ਕਰਨਾ, ਕਿਉਂਕਿ ਕਲਾਸ ਆਪਣੀ ਵੇਖੋ ਵੀ ਆਪਾਂ ਸਿਰਫ ਤੇ ਸਿਰਫ ਅਜੇ ਹਿਮਾਲਿਆ ਨਦੀਆਂ ਪੜ੍ਹੀਆਂ, ਤੇ ਆਪਣਾ ਹਿਮਾਲਿਆ ਨਦੀਆਂ ਹੀ ਕਿੰਨਾ ਟਾਈਮ ਖਿੱਚ ਕੇ ਲੈ ਗਈਆਂ। ਹਿਮਾਲਿਆ ਨਦੀਆਂ ਆਪਣੀਆਂ ਕੰਪਲੀਟ ਹੁੰਦੀਆਂ। ਜਿਹੜੀਆਂ ਬ੍ਰਹਮਪੁੱਤਰ ਦੀਆਂ ਸਹਾਇਕ ਨਦੀਆਂ, ਇਹਦੀ ਵੀ ਮੈਂ ਤੁਹਾਨੂੰ ਲਿਸਟ ਦੇ ਦੂੰਗੀ। ਠੀਕ ਆ, ਇਹ ਵੀ ਬ੍ਰਹਮਪੁੱਤਰ ਦੀਆਂ ਸਹਾਇਕ ਨਦੀਆਂ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ, ਕਿਉਂਕਿ ਉਹਦੇ ਵਿੱਚ ਕੋਈ ਸਮਝਾਉਣ ਵਾਲੀ ਚੀਜ਼ ਵੀ ਹੈ ਨਹੀਂ। ਮੈਂ ਵਾਰੀ ਕਹਿ ਰਹੀ ਹਾਂ, ਮੈਂ ਲਿਸਟ ਦੇ ਦੂੰਗੀ, ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ। ਹਿਮਾਲਿਆ ਨਦੀਆਂ ਸਾਡੀਆਂ ਕੰਪਲੀਟ ਹੋ ਗਈਆਂ। ਬਾਰਾਂਮਾਸੀ ਨਦੀਆਂ ਸਾਡੀਆਂ ਕੰਪਲੀਟ ਹੋ ਗਈਆਂ। ਸਾਰਾ ਸਾਲ ਪਾਣੀ ਦੇ ਨਾਲ ਭਰੀਆਂ ਰਹਿੰਦੀਆਂ ਉਹ ਨਦੀਆਂ ਸਾਡੀਆਂ ਕੰਪਲੀਟ ਹੋ ਗਈਆਂ। ਸਿੰਧ, ਗੰਗਾ ਤੇ ਬ੍ਰਹਮਪੁੱਤਰ। ਸਿੰਧ ਦੀਆਂ ਸਹਾਇਕ ਨਦੀਆਂ ਡਿਟੇਲ ਦੇ ਵਿੱਚ ਕਰਵਾਈਆਂ। ਗੰਗਾ ਬ੍ਰਹਮਪੁੱਤਰ ਦੀਆਂ ਮੈਂ ਤੁਹਾਨੂੰ ਨਾਲ ਦੀ ਨਾਲ ਲਿਸਟ ਭੇਜ ਦੂੰਗੀ। ਸੋ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ, ਕਿਉਂਕਿ ਜੇ ਮੈਂ ਉਹ ਵੀ ਕਰਾਉਣ ਲੱਗ ਗਈ ਫਿਰ ਤੇ ਆਪਣੀ 2 ਘੰਟੇ ਦੀ ਕਲਾਸ ਹੋ ਜੂ ਤੇ ਤੁਹਾਡੀ ਤੇ ਬਣ ਜੂ ਦਿਮਾਗ ਦੇ ਵਿੱਚ ਖਿਚੜੀ, ਤੇ ਇਹ ਕੰਮ ਮੈਂ ਨਹੀਂ ਹੋਣ ਦੇਣਾ। ਆਪਾਂ ਜਿਹੜੀਆਂ ਪ੍ਰਾਇਦੀਪੀ ਨਦੀਆਂ ਆ, ਉਹ ਨਦੀਆਂ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਤੇ ਜੇਕਰ ਤੁਸੀਂ ਆਹ ਵੀਡੀਓ ਤੇ ਪਹਿਲੀ ਵਾਰੀ ਆਏ ਹੀ ਤੇ ਤੁਸੀਂ ਬਣਾ ਰਹੇ ਸੀ ਨੋਟਸ, ਪਰ ਇਹਦੇ ਲਈ ਤੁਹਾਨੂੰ ਕਰਨਾ ਪਊਗਾ ਚੈਨਲ ਨੂੰ ਸਬਸਕ੍ਰਾਈਬ, ਕਿਉਂਕਿ ਇਹਦੇ ਨਾਲ ਹੀ ਤੁਹਾਨੂੰ ਮਿਲ ਜੂਗਾ ਪ੍ਰਾਇਦੀਪੀ ਨਦੀਆਂ ਦਾ ਅਗਲਾ ਨੋਟੀਫਿਕੇਸ਼ਨ। ਤੇ ਇਹਦੇ ਲਈ ਚੈਨਲ ਨੂੰ ਕਰਨਾ ਪਊਗਾ ਸਬਸਕ੍ਰਾਈਬ। ਬਹੁਤ ਜ਼ਿਆਦਾ ਮਿਹਨਤ ਲੱਗਦੀ ਆ। ਪੂਰੇ YouTube ਤੇ ਪੰਜਾਬ ਦੇ ਵਿੱਚੋਂ ਕੋਈ ਇਦਾਂ ਦਾ ਚੈਨਲ ਦਿਖਾ ਦਿਓ ਜਿਹੜਾ ਤੁਹਾਨੂੰ NCERT ਤੇ SCERT ਦਾ ਨਿਚੋੜ ਕੱਢ ਕੇ ਕਰਵਾ ਰਿਹਾ। ਫਿਰ ਵੀ ਜੇ ਤੁਸੀਂ ਸਪੋਰਟ ਨਾ ਦਿਖਾਓ ਨਾ, ਫਿਰ ਤੁਹਾਡੇ ਲਈ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ। ਠੀਕ ਆ, ਲਾਈਕ ਜ਼ਰੂਰ ਕਰਦਿਆ ਕਰੋ
ਤੇ ਇਹੋ ਜਿਹੇ ਡਾਟੇ ਦੀਆਂ ਤੁਸੀਂ PDF ਲੈਣੀਆਂ, ਉਹਦੇ ਲਈ ਤੁਹਾਨੂੰ ਕਰਨਾ ਪਊਗਾ ਮੇਰੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ। ਤੇ ਇੱਕ ਚੀਜ਼ ਹੋਰ, ਕਿਉਂਕਿ ਮੈਨੂੰ 6 ਮਹੀਨੇ ਹੋ ਗਏ ਨਿਚੋੜ ਕੱਢ ਕੇ ਪੜਾਉਂਦੀ ਨੂੰ, ਹੁਣ ਮੈਂ ਕੁਇਜ਼ ਸਟਾਰਟ ਕਰ ਦੇਣੀ ਆ। ਸਭ ਤੋਂ ਪਹਿਲਾਂ ਮੈਂ SST ਦੀ ਕੁਇਜ਼ ਸਟਾਰਟ ਕਰਨ ਜਾ ਰਹੀ ਹਾਂ। ਉਹਦੇ ਲਈ ਮੈਂ ਬਣਾਇਆ ਹੋਇਆ ਆਪਣੇ WhatsApp ਚੈਨਲ, ਠੀਕ ਆ। WhatsApp ਚੈਨਲ ਤੇ ਕਾਫੀ ਬੱਚੇ ਜੁੜ ਚੁੱਕੇ ਆ, ਪਰ ਮੈਂ ਕੁਇਜ਼ ਅਜੇ ਤਾਂ ਨਹੀਂ ਸਟਾਰਟ ਕਰ ਰਹੀ ਕਿਉਂਕਿ ਹੋਰ ਬੱਚੇ ਜ਼ਿਆਦਾ ਆ ਜਾਣ। ਵੀਡੀਓ ਦਾ ਡਿਸਕ੍ਰਿਪਸ਼ਨ ਚੈੱਕ ਕਰ ਲਿਓ, ਉੱਥੇ ਹੀ ਟੈਲੀਗ੍ਰਾਮ ਦਾ ਲਿੰਕ ਆ, ਉੱਥੇ ਹੀ WhatsApp ਚੈਨਲ ਦਾ ਲਿੰਕ ਆ, ਜੁਆਇਨ ਕਰ ਲਓ ਤੇ ਵੱਧ ਤੋਂ ਵੱਧ ਫਾਇਦਾ ਲਓ ਫ੍ਰੀ ਦੇ ਵਿੱਚ। ਤੇ ਬਹੁਤ ਜ਼ਿਆਦਾ એનર્ਜੀ ਲੱਗਦੀ ਆ। ਤੇ ਕਲਾਸ ਪ੍ਰੀਮੀਅਰ ਦੇ ਵਿੱਚ ਜਲਦੀ ਤੋਂ ਜਲਦੀ ਲਾਈਵ ਚੈਟ ਦੇ ਵਿੱਚ ਸਰਬ ਸੋਸ਼ਲ ਸਟੱਡੀ ਫਾਸਟ ਕੁਇਕਲੀ ਲਿਖ ਕੇ ਇੱਕ ਵਾਰੀ ਪੂਰੀ ਹਨੇਰੀ ਲਿਆ ਦਿਓ, ਠੀਕ ਹੈ। ਤੇ ਚਲੋ ਫਿਰ ਆਪਾਂ ਮਿਲਦੇ ਹਾਂ ਪਰਾਏ ਦੀਪੀ ਨਦੀਆਂ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।